ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਨੇ ਗੁਰਬਾਣੀ ਦੁਆਰਾ ਆਪਾਂ ਨੂੰ ਸੂਖਮ ਮੰਡਲ ਦਾ ਭੇਤ ਬਹੁਤ ਹੀ ਜ਼ਿਆਦਾ ਖੋਲ ਕੇ ਸਮਝਾਇਆ ਹੈ। ਸੂਖਮ ਮੰਡਲ ਕਹਿ ਦਿੱਤਾ ਹੈ ਦਸਵੇਂ ਘਰ ਨੂੰ, ਦਸਮ ਦੁਆਰ ਨੂੰ। ਜਾਂ ਸੌਖੇ ਸ਼ਬਦਾਂ ਦੇ ਵਿੱਚ ਆਪਾਂ ਸਮਝਣਾ ਹੋਵੇ ਤੇ ਜਿੰਨਾ ਵੀ ਆ ਧਰਤੀ ਤੋਂ ਲੈ ਕੇ ਬਾਹਰ ਖਾਲੀ ਖਲਾ ਹੈ ਔਰ ਨੇਤਰ ਬੰਦ ਕਰਨ ਤੇ ਜੋ ਸਾਡੇ ਅੱਖਾਂ ਦੇ ਸਾਹਮਣੇ ਸੁੰਨ ਕਾਲਾ ਹਨੇਰਾ ਖਾਲੀ ਆ ਜਾਂਦਾ ਹੈ, ਇਹ ਸਾਰਾ ਹੀ ਸੂਖਮ ਮੰਡਲ ਹੈ। ਇਹ ਸੂਖਮ, ਇਹ ਖਾਲੀ ਖਲਾ ਇੱਕ ਦਰਿਆ ਦੀ ਨਿਆਈ ਹੈ, ਜਿਹਦੇ ਵਿੱਚ ਆਪਾਂ ਸਾਰਾ ਸੰਸਾਰ, ਜਿਵੇਂ ਸਮੁੰਦਰ ਦੇ ਵਿੱਚ ਪਾਣੀ ਦੇ ਜਾਨਵਰ, ਮੱਛੀਆਂ, ਜੜੀਆਂ ਬੂਟੀਆਂ ਪਾਣੀ ਦੀਆਂ ਜਿਹੜੀਆਂ ਹੁੰਦੀਆਂ ਨੇ ਉਹ ਹੁੰਦੀਆਂ ਨੇ, ਇਸੇ ਤਰੀਕੇ ਮਾਲਕ ਇੱਕ ਦਰਿਆ ਸਮੁੰਦਰ ਦੀ ਨਿਆਈ ਹੈ ਔਰ ਆਪਾਂ ਸਾਰੇ ਜੀ ਜੰਤ 84 ਲੱਖ ਜੂਨ ਮਾਨਸ ਉਹਦੇ ਵਿੱਚ ਰਹਿ ਰਹੇ ਹਾਂ। ਮਹਾਰਾਜ ਕਹਿੰਦੇ ਪਏ ਆ ਕਿ ਕਿੰਨਾ ਕੁ ਵੱਡਾ ਦਰਿਆ ਹੈ, ਜਿਹਨੂੰ ਕਹਿੰਦੇ ਆ ਤੂੰ ਦਰਿਆਓ ਸਭ ਤੁਝ ਹੀ ਮਾਹੇ। ਹੁਣ ਉਹ ਕਿੰਨਾ ਕੁ ਵੱਡਾ ਦਰਿਆ ਹੈ, ਇਸ ਦਰਿਆ ਦਾ ਕੋਈ ਅੰਤ ਨਹੀਂ ਹੈਗਾ, ਕਿਉਂਕਿ ਇਸ ਦਰਿਆ ਰੂਪੀ ਮਾਲਕ ਦੇ ਵਿੱਚ ਇੱਕ ਮਾਨਸ ਹੀ ਨਹੀਂ, 84 ਲੱਖ ਜੂਨ ਹੀ ਨਹੀਂ, ਇੱਕ ਗ੍ਰਹਿ ਹੀ ਨਹੀਂ, ਪਤਾ ਨਹੀਂ ਕਿੰਨੇ ਕੁ ਕਰੋੜਾਂ ਅਰਬਾਂ ਖਰਬਾਂ, ਜੇ ਅਰਬਾਂ ਖਰਬਾਂ ਨੂੰ ਅਰਬਾਂ ਖਰਬਾਂ ਦੇ ਨਾਲ ਗੁਣਾ ਕਰ ਦਈਏ ਤੇ ਫਿਰ ਵੀ ਪਤਾ ਨਹੀਂ ਕਿੰਨਾ ਕੁ ਵੱਡਾ ਉਹ ਦਰਿਆ ਹੈ, ਜਿਹਦੇ ਵਿੱਚ ਇਹ ਸਾਰਾ ਸੰਸਾਰ, ਇਹ ਸਾਰਾ ਬ੍ਰਹਿਮੰਡ ਲਗਾਤਾਰ ਉਹਦੀ ਗਣਨਾ ਕਰ ਰਿਹਾ ਹੈ, ਉਹਦੇ ਚੱਕਰ ਲਾ ਰਿਹਾ ਹੈ, ਉਹਦੇ ਵਿੱਚ ਵਿਰਾਜਮਾਨ ਉਹਦੇ ਗੁਣ ਗਾ ਰਿਹਾ ਹੈ। ਮਾਲਕ ਵੀ ਬੇਅੰਤ ਹੈ, ਉਹਦੇ ਦੁਆਰਾ ਬਣਾਈ ਗਈ ਸ੍ਰਿਸ਼ਟੀ ਵੀ ਬੇਅੰਤ ਹੈ। ਮਾਇਆ ਦੇ ਵਿੱਚ ਵੀ ਗਿਣਤੀਆਂ ਮਿਣਤੀਆਂ ਜ਼ਰੂਰ ਨੇ, ਪਰ ਮਾਇਆ ਦਾ ਪਸਾਰਾ ਉੱਥੋਂ ਤੱਕ ਹੈ ਜਿੱਥੋਂ ਤੱਕ ਮਾਲਕ ਖੁਦ ਹੈ। ਮਾਇਆ ਤੇ ਕਾਲ ਇਹ ਮਾਲਕ ਦੀ ਛਾਇਆ ਨੇ। ਜਿੱਥੇ ਜਿੱਥੇ ਮਾਲਕ ਹੈ, ਜਿਵੇਂ ਆਪਾਂ ਜਿੱਥੇ ਜਿੱਥੇ ਚੱਲਦੇ ਹਾਂ ਆਪਣੀ ਛਾਂ ਨਾਲ ਚੱਲਦੀ ਹੈ, ਉਸੇ ਤਰੀਕੇ ਜਿੱਥੇ ਜਿੱਥੇ ਮਾਲਕ ਹੈ ਉੱਥੇ ਉੱਥੇ ਇਹ ਮਾਇਆ ਵੀ ਨਾਲ ਚੱਲਦੀ ਹੈ। ਹੁਣ ਇਹ ਜਿਹੜਾ ਪਸਾਰਾ ਸੀਗਾ, ਇਹ ਕੁਛ ਕੁ ਵਿਰਲਿਆਂ ਨੇ ਲੱਭਿਆ, ਜਿਹਨੂੰ ਮਹਾਰਾਜ ਕਹਿੰਦੇ ਤੇਰਾ ਜਨ ਆਉਂਦਾ ਹੈ, ਸੰਤ ਰਾਮ ਮੈਂ ਭੇਦ ਕਿਛ ਨਾਹੀ, ਏਕ ਜਨ ਕਈ ਮੈਂ ਲਾਖ ਕਰੋੜੀ। ਕਹਿੰਦੇ ਸੰਤ ਤੇ ਰਾਮ ਦੇ ਵਿੱਚ ਭੇਦ ਨਹੀਂ ਹੈਗਾ, ਪਰ ਉਹ ਸੰਤ ਲੱਖਾਂ ਕਰੋੜਾਂ ਦੇ ਵਿੱਚ ਇੱਕ ਅੱਧਾ ਹੀ ਲੱਭਦਾ, ਜਿਹਦਾ ਮਾਲਕ ਦੇ ਨਾਲ ਅਭੇਤ ਹੋ ਚੁੱਕਿਆ ਤੇ ਮਾਲਕ ਨਾਲ ਉਹਦਾ ਕੋਈ ਭੇਦ ਨਹੀਂ ਹੈਗਾ। ਹੁਣ ਆਪਾਂ ਇਹ ਖੇਲ ਜਿਹੜੀ ਹੈ ਇਹ ਸਰੀਰ ਦੇ ਵਿੱਚ ਰਹਿ ਕੇ ਹੀ ਆਪਾਂ ਲੱਭਣੀ ਆ, ਇਸ ਹਿਊਮਨ ਬੋਡੀ ਦੇ ਵਿੱਚ ਰਹਿ ਕੇ ਹੀ ਆਪਾਂ ਇਸ ਸਰੀਰ ਦੇ ਵਿੱਚ ਖੇਲ ਇਹ ਲੱਭਣੀ ਹੈ। ਪਰ ਸਭ ਤੋਂ ਪਹਿਲਾਂ ਤੁਹਾਨੂੰ ਇਸ ਹਿਊਮਨ ਬੋਡੀ ਦੇ ਵਿੱਚ ਜਿਹੜਾ ਉਹ ਸੂਖਮ ਦਸਮ ਦੁਆਰ ਹੈ, ਸੁੰਨ ਹੈ, ਸਹਿਜ ਹੈ, ਉਹਦੀ ਭਾਲ ਕਰਨੀ ਪਊਗੀ ਕਿ ਕਿੱਥੇ ਕੋ ਸਾਡਾ ਘਰ ਹੈ, ਜਿਹਨੂੰ ਮਹਾਰਾਜ ਨੇ ਕਿਹਾ ਆ ਥਿਰ ਕਰ ਸੱਚਖੰਡ ਅਵਚਲ ਨਗਰ ਸਹਿਜ ਸੁੰਨ। ਉਹ ਕਿਹੜੀ ਜਗ੍ਹਾ ਹੈ ਜਿੱਥੇ ਸਾਡੇ ਸਰੀਰ ਦੇ ਵਿੱਚ ਇਹ ਅਵਸਥਾ ਹੈ। ਫਿਰ ਜਦੋਂ ਆਪਾਂ ਲੱਭਣ ਲੱਗਦੇ ਹਾਂ ਤੇ ਸਾਡੇ ਸਰੀਰ ਦੇ ਵਿੱਚ 9 ਦਰਵਾਜ਼ੇ ਹੈਗੇ ਆ ਜਿਹੜੇ ਸਾਨੂੰ ਦਿਖਦੇ ਆ, ਤੇ ਜਿਹੜਾ ਇਹ ਸੂਖਮ ਮੰਡਲ ਦਾ ਹੈ ਇਹਨੂੰ 10ਵਾਂ ਘਰ ਕਹਿ ਦਿੱਤਾ। ਜਦੋਂ ਆਪਾਂ ਲੱਭਣ ਲੱਗਦੇ ਹਾਂ 2 ਅੱਖਾਂ, 2 ਨੱਕ ਦੇ ਮੋਰੇ, 1 ਮੂੰਹ ਦਾ ਮੋਰਾ, 5 2 ਕੰਨਾਂ ਦੇ, 7 ਤੇ 2 ਬਿਸ਼ਟਾ ਦੇ ਦੁਆਰੇ, ਇਹ ਜਦੋਂ ਆਪਾਂ ਦੇਖਦੇ ਹਾਂ ਤੇ ਕੋਈ ਹੋਰ 10ਵਾਂ ਦਰਵਾਜ਼ਾ ਨਹੀਂ ਦਿਖਦਾ। ਤੇ 10ਵਾਂ ਦਰਵਾਜ਼ਾ ਉਹਨਾਂ ਨੇ ਦੱਸਿਆ ਆ ਕਿ ਉਹ ਸੂਖਮ ਤਰੀਕੇ ਦੇ ਨਾਲ ਤੁਹਾਡੇ ਅੰਦਰ ਫਿੱਟ ਕੀਤਾ ਗਿਆ। ਜਿਹੜਾ ਇਹ ਬਾਹਰ ਵਾਲਾ ਖਾਲੀ ਖਲਾ ਹੈ ਨਾ, ਜਿਹਦੇ ਵਿੱਚ ਆਪਾਂ ਪ੍ਰਕਾਸ਼ ਦੇਖਦੇ ਹਾਂ, ਜਿਹਦੇ ਵਿੱਚੋਂ ਆਪਾਂ ਪੌਣ ਪਾਣੀ ਬਸੰਤਰ
ਇਹ ਪ੍ਰਾਪਤ ਕਰਦੇ ਹਾਂ, ਇਹਦਾ ਹੀ ਇੱਕ ਹਿੱਸਾ ਹੈ ਜੋ ਅੰਦਰ ਸਾਡੇ ਮਸਤਕ ਤੇ ਫਿੱਟ ਕੀਤਾ ਗਿਆ। ਇਹਨੂੰ ਸੂਖਮ ਨੂੰ ਅੰਦਰ ਫਿੱਟ ਕਰ ਦਿੱਤਾ ਗਿਆ। ਹੁਣ ਉਹਦੀ ਆਪਾਂ ਭਾਲ ਅੰਦਰ ਕਰਨੀ ਆ, ਤੇ ਉਹਨੂੰ ਇੱਕ ਦਰਵਾਜ਼ਾ ਜਾਂਦਾ ਹੈ। ਉਹ ਸੁਖਮਨ ਦੇ ਛੇਕ ਦੇ ਵਿੱਚੋਂ ਦੀ ਉਸ ਦਰਵਾਜ਼ੇ ਤੱਕ, ਉਸ ਘਰ ਤੱਕ ਜਾਇਆ ਜਾ ਸਕਦਾ ਹੈ। ਪਰ ਕੀ ਕੀਤਾ ਹੋਇਆ ਮਾਲਕ ਨੇ, ਉਹ 10ਵੇਂ ਘਰ ਦੇ ਦਰਵਾਜ਼ੇ ਨੂੰ ਸਵਾਸਾਂ ਦਾ ਜਿੰਦਰਾ ਲਾਇਆ ਹੋਇਆ। ਸਵਾਸਾਂ ਦਾ, ਜਿੱਥੇ ਸਾਡੀ ਦੋਵਾਂ ਭਰਵੱਟਿਆਂ ਦੇ ਵਿਚਕਾਰ ਜਿੱਥੇ ਇੱਕ ਸੈਂਟਰ ਬਣਦਾ ਹੈ, ਇੱਥੋਂ ਜੀ ਉਸ ਘਰ ਨੂੰ ਦਰਵਾਜ਼ਾ ਜਾਂਦਾ ਹੈ, ਪਰ ਉਹ ਸਵਾਸਾਂ ਦੁਆਰਾ ਬੰਦ ਹੈ। ਪਾਉਣ ਦੇ ਜੰਦਰੇ ਦੁਆਰਾ ਉਹਨੂੰ ਬੰਦ ਕੀਤਾ ਗਿਆ ਹੈ, ਤੇ ਚਾਬੀ ਵੀ ਉਹਦੀ ਸਵਾਸਾਂ ਦੇ ਵਿੱਚ ਹੀ ਰੱਖ ਦਿੱਤੀ ਗਈ ਹੈ। ਸਵਾਸਾਂ ਦੇ ਵਿੱਚ ਚਾਬੀ ਰੱਖ ਦਿੱਤੀ, ਤੇ ਉਹ ਹੁਣ ਮਾਲਕ ਨੇ ਕਿਹਾ ਆ ਕਿ ਗੁਰੂ ਤੋਂ ਜੁਗਤੀ ਲੈ ਕੇ ਤੂੰ ਇਸ ਸਵਾਸਾਂ ਦੇ ਜੰਦਰੇ ਨੂੰ ਉਹ ਜੁਗਤੀ ਦੇ ਨਾਲ ਖੋਲ ਲਾ। ਹੁਣ ਜਿਹੜੀ ਆਪਣੀ ਇਹ ਖੱਬੀ ਸੱਜੀ ਸੁਰ ਕਦੇ ਵੱਧ ਕਦੇ ਘੱਟ ਚੱਲਦੀ ਹੈ, ਇਹੀ ਜੰਦਰਾ ਲੱਗਾ ਹੋਇਆ। ਜਦੋਂ ਫਿਰ ਆਪਾਂ ਗੁਰੂ ਪਾਸ ਪੇਸ਼ ਹੁੰਨੇ ਆ, ਪੰਜਾਂ ਪਿਆਰਿਆਂ ਪਾਸ ਪੇਸ਼ ਹੁੰਨੇ ਆ, ਸੰਤਾਂ ਭਗਤਾਂ ਗੁਰਮੁਖਾਂ ਪਾਸ ਪੇਸ਼ ਹੁੰਨੇ ਆ, ਤੇ ਉਹ ਆਪਾਂ ਨੂੰ ਗੁਰਮੰਤਰ ਦਾ, ਉਹ ਵਾਹਿਗੁਰੂ ਸ਼ਬਦ ਦਾ ਅਭਿਆਸ ਦਿੰਦੇ ਆ, ਜਿਹਦੇ ਧੁਨ ਦੇ ਵਿੱਚ ਧਿਆਨ ਰੱਖਣ ਦੇ ਨਾਲ ਇਹ ਪਾਉਣ ਸਾਡੀ ਬਰਾਬਰ ਹੋ ਜਾਂਦੀ ਆ, ਔਰ ਉਹ ਜਿਹੜਾ ਸਵਾਸਾਂ ਦਾ ਜਿੰਦਰਾ ਲੱਗਾ ਹੋਇਆ ਉਹ ਖੁੱਲ੍ਹ ਜਾਂਦਾ ਹੈ। ਪਰ ਪਹਿਲੀ ਸਟੇਜ ਤੇ ਜਦੋਂ ਅਸੀਂ ਜਿੰਦਰਾ ਖੋਲ੍ਹਣ ਲੱਗਦੇ, ਸਾਡੇ ਵਿਚਾਰ ਨਹੀਂ ਰੁਕਦੇ, ਮਨ ਨਹੀਂ ਥਿਰ ਹੁੰਦਾ। ਬਹੁਤ ਸਾਰੇ ਗੁਰਮੁਖ ਕਹਿੰਦੇ ਕਿ ਬਹੁਤ ਵਿਚਾਰ ਚੱਲਦੇ ਆ, ਮਨ ਥਿਰ ਨਹੀਂ ਹੁੰਦਾ, ਕਿਉਂਕਿ ਮਹਾਰਾਜ ਕਹਿੰਦੇ ਆ ਇਹ ਜਿੰਦਰਾ ਜਿਹੜਾ ਹੈ 4 ਯੁੱਗ ਹੋ ਗਏ, ਇਹ ਬੱਜਰ ਹੋ ਚੁੱਕਿਆ। ਤੇ ਕਹਿੰਦੇ ਹੁਣ ਇਹ ਬੱਜਰ ਹੋਇਆ ਜਿੰਦਰਾ ਜਿਹੜਾ, ਇਹ ਹੁਣ ਪੂਰੇ ਯਤਨ ਤੇ ਕਠਨ ਮਿਹਨਤ ਦੇ ਨਾਲ ਹੀ ਖੁੱਲੇਗਾ, ਜਿਹਨੂੰ ਮਹਾਰਾਜ ਕਹਿੰਦੇ ਬੱਜਰ ਕਪਾਟ ਜੜੇ ਜੜ ਜਾਣੇ ਗੁਰ ਸ਼ਬਦੀ ਖੁਲਾਈਂਦਾ। ਨੇਤਰ ਬੰਦ ਕਰਕੇ ਆਨੰਦ ਲਿਆ ਕਰੋ। ਤੁਸੀਂ ਬਾਹਰ ਇੱਕ ਚਿੱਤ ਹੋ ਕੇ ਲਾਓਗੇ, ਸਵਾਸ ਜ਼ਿਆਦਾ ਜੁੜਦਾ, ਬਾਹਰ ਫੁਰ ਨਹੀਂ ਰੁਕਦੇ। ਕਥਾ ਆਪਾਂ ਕੋਸ਼ਿਸ਼ ਕਰੀਏ ਕਿ ਨੇਤਰ ਬੰਦ ਕਰਕੇ ਸੁਣੀਏ, ਸੌਣਾ ਨਹੀਂ, ਸੁਣਨਾ। ਮਹਾਰਾਜ ਕਹਿੰਦੇ ਬੱਜਰ ਕਪਾਟ ਜੜੇ ਜੜ ਜਾਣੇ ਗੁਰ ਸ਼ਬਦੀ ਖੁਲਾਈਂਦਾ। ਹੁਣ ਇਹ ਜਿਹੜਾ ਬੱਜਰ ਕਪਾਟ ਹੈ, ਜਦੋਂ ਆਪਾਂ ਗੁਰੂ ਦੇ ਮੰਤਰ ਦੀ ਧੁਨ ਵਾਹਿਗੁਰੂ ਸ਼ਬਦ ਦੇ ਵਿੱਚ ਅਭਿਆਸ ਕਰਦੇ ਹਾਂ, ਉਹਦੇ ਦੁਆਰਾ ਜਦੋਂ ਆਪਾਂ ਮਨ ਤੇ ਸੁਰਤੀ ਨੂੰ ਇੱਕ ਚਿੱਤ ਕਰਦੇ ਹਾਂ, ਆਵਾਜ਼ ਦੇ ਵਿੱਚ ਧਿਆਨ ਧਰ ਕੇ, ਪਹਿਲੀ ਸਟੇਜ ਤੇ ਆਪਾਂ ਉੱਚੀ ਆਵਾਜ਼ ਦੇ ਵਿੱਚ ਸਿਮਰਨ ਕਰਦੇ ਹਾਂ, ਤੇ ਜਿਹੜੀ ਸਾਡੀ ਪਾਉਣ ਦਾ ਵਿਗੜਿਆ ਸੰਤੁਲਨ ਹੈ, ਲੱਗਾ ਹੋਇਆ ਜੰਦਰਾ ਹੈ, ਕਈ ਵਾਰੀ ਨਹੀਂ ਸੌਖਾ ਖੁੱਲ੍ਹਦਾ, ਤੇ ਫਿਰ ਯੁੱਧ ਕਰਨਾ ਪੈਂਦਾ। ਉੱਚੀ ਅਵਸਥਾ ਦੇ ਵਿੱਚ ਯੁੱਧ ਕਰਕੇ ਇਹ ਸਵਾਸਾਂ ਦਾ ਜੰਦਰਾ ਜਦੋਂ ਖੁੱਲ੍ਹ ਜਾਂਦਾ ਹੈ, ਦਰ ਖੁੱਲ੍ਹ ਜਾਂਦਾ ਹੈ, ਤੇ ਉਹਦੀ ਨਿਸ਼ਾਨੀ ਹੈ, ਪਹਿਲੀ ਨਿਸ਼ਾਨੀ ਹੈ ਕਿ ਪੌਣ ਪਾਣੀ ਜਿਹੜਾ ਸਾਡਾ ਦੋਨੋਂ ਸਵਾਸ ਜਿਹੜੇ ਆ ਇਹ ਬਰਾਬਰ ਚੱਲ ਪੈਂਦੇ ਆ। ਦੂਜੀ ਨਿਸ਼ਾਨੀ ਹੈ ਕਿ ਜੇ ਉਹ ਜੰਦਰਾ ਖੁੱਲ੍ਹ ਗਿਆ ਤੇ ਅੰਦਰਲੇ ਪਾਸੇ ਜਿਹੜੀਆਂ ਉਸ ਦਰ ਤੋਂ, ਉਹ ਦਰਵਾਜ਼ੇ ਤੋਂ ਅੱਗੇ ਧੁਨਾਂ ਚੱਲ ਰਹੀਆਂ ਨੇ, ਉਹ ਧੁਨਾਂ ਸੁਣਾਈ ਦੇਣ ਲੱਗ ਜਾਂਦੀਆਂ ਸਾਨੂੰ। ਅਸੀਂ 10ਵੇਂ ਘਰ ਦੇ ਵਿੱਚ ਚਲੇ ਗਏ ਹਾਂ, ਉਹਦੀ ਪਹਿਲੜੀ ਨਿਸ਼ਾਨੀ ਹੈ ਕਿ ਤੁਹਾਨੂੰ ਉਹਦੇ ਦਰ ਦੇ ਉੱਤੇ, ਜਿਹੜੇ ਘਰ ਦੇ ਵਿੱਚ, ਘਰ ਦੇ ਦਰਵਾਜ਼ੇ ਉੱਤੇ ਸ਼ਬਦ ਚੱਲਦੇ ਪਏ 5, ਉਹ ਸੁਣਾਈ ਦੇਣੇ ਸ਼ੁਰੂ ਹੋ ਜਾਣਗੇ, ਸਮਝੋ ਸਾਡਾ ਖੁੱਲ੍ਹ ਗਿਆ। ਪਰ ਉਹਦੇ ਵਿੱਚ ਖੁੱਲ੍ਹੇ ਤੋਂ ਬਾਅਦ ਅਸੀਂ ਵਾਸ ਕਰਨਾ ਹੁੰਦਾ ਹੈ, ਸਾਡੇ ਵਿਚਾਰ ਨਾ ਚੱਲਣ, ਇਸ ਕਰਕੇ ਅਸੀਂ ਪਾਉਣ ਦਾ ਸੰਤੁਲਨ ਲਗਾਤਾਰ ਬਣਾਈ ਰੱਖਦੇ ਹਾਂ। ਔਰ ਅੰਦਰਲਾ ਜਿਹੜਾ ਦਰਵਾਜ਼ਾ ਖੁੱਲ੍ਹ ਗਿਆ, ਤੇ ਉਸ ਤੋਂ ਬਾਅਦ ਫਿਰ ਸਾਡਾ ਆਸਣ ਲੱਗਣਾ ਹੈ। ਇਹ ਆਪਾਂ ਸੁਣ ਦੀ ਪਹਿਚਾਣ ਕਰਨੀ ਆ। ਜਦੋਂ ਆਪਾਂ ਗੁਰਮੰਤਰ ਦਾ ਅਭਿਆਸ ਕਰਦੇ ਹਾਂ, ਸ਼ਬਦ ਦਾ ਅਭਿਆਸ, ਗੁਰਮੰਤਰ ਦਾ ਅਭਿਆਸ ਸਰੀਰ ਤੋਂ ਅਲੱਗ ਹੋਣ ਲਈ ਕਰੀਦਾ ਹੈ, ਕਿ ਗੁਰਮੰਤਰ ਦਾ ਅਭਿਆਸ ਕਰਦਿਆਂ ਇੱਕ ਤਾਂ ਸਾਡੇ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਸ਼ੁੱਧ ਹੋ ਜਾਣ, ਇਹਨਾਂ ਤੋਂ ਪਾਪਾਂ ਦੀ ਫੁਰਨਿਆਂ ਦੀ ਮੈਲ ਉਤਰ ਜਾਵੇ। ਦੂਜਾ, ਸਾਡਾ ਮਨ ਜਿਹੜਾ ਹੈ ਇਹ 9 ਦਰਵਾਜ਼ਿਆਂ ਤੋਂ ਅਲੱਗ ਹੋ ਕੇ ਉਹ ਸੁਣ ਦੇ ਵਿੱਚ ਚਲਾ ਜਾਵੇ। ਇਸ ਕਰਕੇ ਆਪਾਂ ਗੁਰਮੰਤਰ ਦਾ ਅਭਿਆਸ ਕਰਦੇ ਹਾਂ, ਵਾਹਿਗੁਰੂ ਸ਼ਬਦ ਦਾ। ਕਿਉਂਕਿ ਜੇ 9 ਦਰਵਾਜ਼ਿਆਂ 'ਚ ਦੇਖਦੇ ਹਾਂ ਤਾਂ ਇੱਥੇ ਜਿਹੜਾ ਹੈ ਉਹ ਖੂਨ, ਹੱਡੀਆਂ,
ਚੰਮ, ਬਿਸ਼ਟਾ, ਰੇਸ਼ਾ, ਹਵਾ, ਪਾਣੀ, ਇਸ ਤਰੀਕਾਂ ਦੀਆਂ ਚੀਜ਼ਾਂ ਆਪਾਂ ਨੂੰ ਦਿਖਦੀਆਂ ਨੇ। ਅਗਨ। ਔਰ ਜਦੋਂ ਆਪਾਂ 9 ਦਰਵਾਜ਼ੇ ਤੋਂ ਉੱਪਰ ਉੱਠਦੇ ਹਾਂ, ਜਿਹੜੀ ਆਪਾਂ ਨੇਤਰ ਬੰਦ ਕਰਨ 'ਤੇ ਆਪਾਂ ਨੂੰ ਸੁੰਨ ਆਉਂਦੀ ਹੈ, ਜਦੋਂ ਸੁੰਨ ਵਿੱਚ ਲਗਾਤਾਰ ਵਾਸ ਕਰਦੇ ਹਾਂ ਤਾਂ ਉੱਥੇ ਫਿਰ ਆਪਾਂ ਪਹਿਚਾਣ ਕਰਦੇ ਹਾਂ ਕਿ ਵੀ ਸਾਨੂੰ ਤਾਂ ਸਾਡਾ ਸਰੀਰ ਭੁੱਲ ਗਿਆ, ਉੱਥੇ ਨਾ ਕੋਈ ਪੌਣ ਯਾਦ ਰਹੀ, ਨਾ ਸਵਾਸ ਯਾਦ ਰਿਹਾ, ਵੀ ਬਿਲਕੁਲ ਜੀ ਸੁੰਨ ਹੋ ਗਿਆ, ਨਾ ਕੋਈ ਵਿਚਾਰ ਸੀ, ਫੁਰਨਾ ਸੀ। ਅਤੇ ਇਹ ਸਾਡੇ ਘਰ ਦੀ ਅਵਸਥਾ ਹੈ, ਇੱਥੋਂ ਸਾਡਾ ਘਰ ਸ਼ੁਰੂ ਹੁੰਦਾ ਹੈ। ਜਾਂ ਜਦੋਂ ਬਾਹਰ ਆਪਾਂ ਖਾਲੀ ਦੇ ਵਿੱਚ ਧਿਆਨ ਲਾ ਕੇ ਬੈਠਦੇ ਹਾਂ, ਉੱਥੇ ਵੀ ਸਾਡੇ ਫੁਰਨੇ ਰੁਕ ਜਾਂਦੇ ਆ। ਫਿਰ ਵਾਰ-ਵਾਰ ਤਾਂ ਹੀ ਕਹੀਦਾ ਕਿ ਸਿਮਰਨ ਕਰਕੇ ਵਿਚਾਰਾਂ ਤੋਂ ਰਹਿਤ ਹੋ ਕੇ ਬੈਠਣ ਦੀ ਕੋਸ਼ਿਸ਼ ਕਰੋ, ਤਾਂ ਕਿ ਮਨ ਨੂੰ ਪਤਾ ਲੱਗੇ। ਸਹਿਜ ਸੁਭਾਅ ਤਾਂ ਇਹ ਰੋਜ਼ ਦਾ ਰਾਤ ਨੂੰ ਰੋਜ਼ ਦਾ ਰੋਜ਼ ਸੁਣਨ ਵਿੱਚ ਜਾਂਦਾ ਹੀ ਆ, ਬਈ ਇਹਨੂੰ ਗਿਆਨ ਹੋਵੇ, ਇਹਦੀ ਜਿਹੜੀ ਅਕਲ ਬੁੱਧ ਮਾਰੀ ਗਈ ਆ, ਜਿਹੜੀ ਵਿਚਾਰਾਂ ਦੁਆਰਾ ਇਸ ਮਨ ਨੂੰ ਕੁੱਟ ਦਿੱਤਾ ਕਿ ਪੌਣ ਪਾਣੀ ਵਸੰਤਰ ਤੋਂ ਅਲੱਗ ਵੀ ਕੋਈ ਜਗ੍ਹਾ ਹੈਗੀ ਆ, ਕੋਈ ਐਸੀ ਅਵਸਥਾ ਮੇਰੇ ਸਰੀਰ 'ਚ ਹੈਗੀ ਆ ਜਿੱਥੇ ਕੋਈ ਵਿਚਾਰ ਫੁਰਨਾ ਨਹੀਂ ਆ। ਉਸ ਅਵਸਥਾ ਨੂੰ ਕਿਹਾ ਵੀ ਇਹ ਤੁਹਾਡਾ ਘਰ ਹੈ। ਹੁਣ ਮਹਾਰਾਜ ਨੇ ਆਪਾਂ ਨੂੰ ਸਮਝਾਇਆ ਹੈ ਕਿ ਸਭ ਤੋਂ ਪਹਿਲਾਂ ਤਾਂ ਜਿਹੜੀ ਇਹ ਅਵਸਥਾ ਹੈ ਸੁੰਨ, ਗੁਰਮੁਖਾਂ ਨੇ ਆਪਾਂ ਨੂੰ ਦੱਸਿਆ। ਸੁੰਨ ਤੋਂ ਬਾਅਦ ਸਹਿਜ ਆਉਂਦੀ ਆ। ਸੁੰਨ ਦਾ ਮਤਲਬ ਹੁੰਦਾ ਕਿ ਸਾਡੇ ਇੱਕ ਵਾਰੀ ਮਨ ਦੇ ਵਿਚਾਰ ਰੁਕ ਜਾਂਦੇ ਆ, ਮਨ ਸੁੰਨ ਹੋ ਜਾਂਦਾ, ਪਰ ਸਰੀਰ ਦੇ ਨਾਲੋਂ ਸੰਪਰਕ ਨਹੀਂ ਟੁੱਟਦਾ। ਗੁਰਮੰਤਰ ਦਾ ਅਭਿਆਸ ਕੀਤਾ, ਮਨ ਦਾ ਇੱਕ ਵਾਰੀ ਵਿਚਾਰ ਥਿਰ ਹੋ ਗਏ, ਪਰ ਸਰੀਰ ਦੇ ਨਾਲੋਂ ਸੰਪਰਕ ਨਾ ਟੁੱਟਣ ਕਰਕੇ ਉਹ ਵਿਚਾਰ ਸੁੰਨ ਦੇ ਵਿੱਚ ਫਿਰ ਚੱਲ ਪੈਂਦੇ ਆ। ਤੇ ਮਹਾਰਾਜ ਨੇ ਆਪਾਂ ਨੂੰ ਸਮਝਾਇਆ ਕਿ ਇਹ ਸੁੰਨ ਜਿਹੜੀ ਹੈ ਇਹ ਥਿਰ ਅਵਸਥਾ ਨਹੀਂ ਹੈਗੀ। ਸੁੰਨ ਠੀਕ ਆ, ਇੱਥੋਂ ਮਨ ਨੂੰ ਇੱਕ ਸੁੱਖ ਮਿਲਦਾ ਥੋੜ੍ਹੇ ਟਾਈਮ ਲਈ, ਪਰ ਇਹ ਸੁੰਨ ਦੇ ਵਿੱਚ ਲਗਾਤਾਰ ਬੈਠ ਕੇ ਇੰਨਾ ਅਭਿਆਸ ਬਣਾ ਲਓ ਕਿ ਸੁੰਨ ਤੋਂ ਅੱਗੇ ਇੱਕ ਸਹਿਜ ਦੀ ਅਵਸਥਾ ਹੈ, ਜਿੱਥੇ ਤੁਸੀਂ ਬਿਲਕੁਲ ਸਰੀਰ ਭੁੱਲ ਜਾਓਗੇ। ਜਿਵੇਂ ਆਪਾਂ ਸੌਂ ਜਾਂਦੇ ਹਾਂ, ਰਾਤ ਨੂੰ ਨੀਂਦ ਲੈਂਦੇ ਹਾਂ, ਤੁਸੀਂ ਆਮ ਸਹਿਜ ਭਾਸ਼ਾ 'ਚ ਆਪਾਂ ਸਮਝੀਏ ਤਾਂ ਜੇ ਉਦੋਂ ਆਪਾਂ ਸਰੀਰ ਭੁੱਲ ਜਾਂਦੇ ਹਾਂ, ਬਿਲਕੁਲ ਜਿਵੇਂ ਕੋਈ ਸੁਪਨਾ ਚੱਲ ਪਏ ਉੱਧਰ ਹੀ ਧਿਆਨ ਹੋ ਜਾਂਦਾ, ਸਰੀਰ ਭੁੱਲ ਜਾਂਦੇ ਹਾਂ। ਇਸੇ ਤਰੀਕੇ ਉਸੇ ਅਵਸਥਾ ਨੂੰ ਸਹਿਜ ਕਿਹਾ ਕਿ ਜਦੋਂ ਤੁਸੀਂ ਸਹਿਜ ਦੇ ਵਿੱਚ ਜਾਓਗੇ, ਸਹਿਜ ਵਿੱਚ ਜਾਣ ਦਾ ਤਰੀਕਾ ਹੈ, ਇੱਕ ਤਾਂ ਤੁਰਦੇ ਫਿਰਦੇ ਆਪਾਂ ਗੁਰਮੰਤਰ ਕਰੀ ਜਾਣਾ, ਵਿਚਾਰ ਰੋਕੀ ਰੱਖਣੇ ਆ। ਉਸ ਤੋਂ ਮੁੜ ਕੇ ਤੁਸੀਂ ਵੱਧੋ ਵੱਧ ਸਿਮਰਨ ਕਰਕੇ, ਸਹਿਜ ਦੇ ਵਿੱਚ ਫਿਰ ਸਿਮਰਨ ਕਰਕੇ, ਲਗਾਤਾਰ ਨੇਤਰ ਬੰਦ ਕਰਕੇ ਸੁੰਨ ਵਿੱਚ ਧਿਆਨ ਧਰ ਕੇ ਬੈਠਣਾ, ਫਿਰ ਸਹਿਜ ਦੀ ਪਛਾਣ ਆਊਗੀ। ਨਹੀਂ ਤਾਂ ਮਹਾਰਾਜ ਕਹਿੰਦੇ ਆ, ਸਹਿਜੇ ਨੂੰ ਸਭ ਲੋਚਦੀ, ਬਿਨ ਗੁਰ ਪਾਇਆ ਨਾ ਜਾਏ। ਸਹਿਜ ਨੂੰ ਤਾਂ ਹਰ ਕੋਈ ਲੋਚਦਾ ਕਿ ਮੈਨੂੰ ਵੀ ਸਹਿਜ ਆ ਜੇ, ਅਸੀਂ ਵੀ ਉਸ ਘਰ ਦੇ, ਉਸ ਦਰ ਦੇ ਪ੍ਰੀਤਵਾਨ ਬਣ ਜਾਈਏ, ਪਰ ਮਹਾਰਾਜ ਕਹਿੰਦੇ ਇਹ ਗੁਰ ਬਿਨਾ ਇਹ ਚੀਜ਼ ਪਾਈ ਨਹੀਂ ਜਾਂਦੀ। ਹੁਣ ਗੁਰ ਇੱਥੇ ਸ਼ਬਦ ਗੁਰੂ ਨੂੰ ਕਿਹਾ ਆ। ਜਿੰਨੀ ਦੇਰ ਤੱਕ ਸਹਿਜ ਧੁਨ ਉਹ ਨਾਦ ਪ੍ਰਗਟ ਨਹੀਂ ਹੁੰਦਾ, ਉਹਦੇ ਵਿੱਚ ਸਮਾ ਕੇ ਫਿਰ ਅਸੀਂ ਸਹਿਜ ਦੇ ਵਿੱਚ ਜਾਣਾ, ਜਿਹਨੂੰ ਮਹਾਰਾਜ ਕਹਿੰਦੇ ਸਹਿਜੇ ਨੂੰ ਸਭ ਲੋਚਦੀ, ਬਿਨ ਗੁਰ ਪਾਇਆ ਨਾ ਜਾਏ। ਪੜ ਪੜ ਪੰਡਤ ਜੋਤ ਕੀ ਥੱਕੇ, ਭੇਖੀ ਭਰਮ ਭੁਲਾਏ, ਗੁਰ ਭੇਟੇ ਸਹਿਜ ਪਾਇਆ, ਆਪਣੀ ਕਿਰਪਾ ਕਰੇ ਰਜਾਏ। ਜਿਹੜੇ ਪੰਡਤ ਆ, ਜੋਤਸ਼ੀ ਆ, ਕਹਿੰਦੇ ਇਹ ਵਿਦਿਆ, ਵੇਦ ਸ਼ਾਸਤਰ, ਸਮਾਜ ਦੀਆਂ ਜੋ ਤ੍ਰੈ ਗੁਣ ਦੇ ਵਿੱਚ ਗਿਆਨੀਆਂ ਦੁਆਰਾ ਲਿਖੀਆਂ ਕਿਤਾਬਾਂ ਪੜ੍ਹ ਪੜ੍ਹ ਕੇ ਗਿਆਨੀ ਤਾਂ ਬਣ ਗਏ, ਕਥਾ ਕਹਾਣੀਆਂ ਤਾਂ ਕਰਨ ਲੱਗ ਗਏ, ਲੋਕਾਂ ਨੂੰ ਤਾਂ ਭਰਮਾਉਣ ਲੱਗ ਗਏ, ਪਰ ਅੰਦਰ ਦੀ ਸਹਿਜ ਦੀ ਪਛਾਣ ਨਹੀਂ ਉਹ ਆਈ। ਪਰ ਕਹਿੰਦੇ ਫਿਰ ਕਿੱਦਾਂ ਇਹ ਫੜੀ ਜਾਊਗੀ ਸਹਿਜ? ਕਹਿੰਦੇ ਗੁਰ ਭੇਟੇ ਸਹਿਜ ਪਾਇਆ। ਜਿੰਨੀ ਦੇਰ ਤੱਕ ਸ਼ਬਦ ਉਹ ਸਹਿਜ ਧੁਨ ਨਹੀਂ ਪ੍ਰਗਟ ਹੁੰਦੀ, ਫਿਰ ਉਹਦੇ ਦੁਆਰਾ ਆਪਾਂ ਮਿਹਨਤ ਨਹੀਂ ਕਰਦੇ, ਮਨ ਨੂੰ ਵਾਰ-ਵਾਰ ਸੁਣਾ ਕੇ ਜਦੋਂ ਸੰਤਾਂ ਦਾ ਸੰਗ ਕਰੀਏ ਤੇ ਸਾਡਾ ਪਹਿਲੜਾ ਦਰ ਖੁੱਲ੍ਹ ਜਾਂਦਾ, ਜਿੱਥੇ ਫਿਰ ਸ਼ਬਦ ਸਾਨੂੰ ਸੁਣਾਈ ਦੇਣ ਲੱਗ ਜਾਂਦਾ। ਇਹ ਸੰਤਾਂ ਦੇ ਸੰਗ ਨਾਲ ਇੰਨੀ ਵਡਿਆਈ ਹੈ ਕਿ ਸਾਡਾ ਦਰ ਖੁੱਲ੍ਹ ਜਾਂਦਾ। ਪਰ ਜੇ ਅਸੀਂ ਉੱਥੇ ਫਿਰ ਮਿਹਨਤ ਕਰਾਂਗੇ, ਮਿਹਨਤ ਕਰਨ ਤੋਂ ਬਾਅਦ ਫਿਰ ਜਦੋਂ ਅਸੀਂ ਅੱਖਾਂ ਬੰਦ ਕਰਦੇ ਹਾਂ, ਜਿਹੜਾ ਦਿਖਦਾ ਨਹੀਂ ਅੰਦਰ ਦਿਖਣਾ ਵੀ ਸ਼ੁਰੂ ਹੁੰਦਾ ਹੈ। ਜਾਂ ਤਾਂ ਕਿਸੇ ਦੇ ਵੱਡੇ ਭਾਗ ਹੋਣ, ਉਹ ਦਿਨ ਰਾਤ ਇੰਨੀ ਕੁ ਮਿਹਨਤ ਕਰਦਾ ਹੋਵੇ, ਤ੍ਰੈਗੁਣਾ ਤੋਂ ਅਤੀਤ ਹੋਵੇ, ਉਹਨੂੰ ਸਹਿਜ ਸੁਭਾਅ ਹੀ ਮਾਲਕ ਕਿਰਪਾ ਕਰ ਦਿੰਦੇ ਆ। ਤੇ ਜਾਂ ਸੌਖਾ ਇਲਾਜ ਕਰ ਦਿੱਤਾ ਕਿ ਗੁਰੂ ਹੀ ਤੁਸੀਂ ਉਹ ਕਰ ਲਓ ਜਿਹੜਾ ਸਭ ਤੋਂ ਪਹਿਲਾਂ ਤੁਹਾਨੂੰ ਨਿਰੰਕਾਰ ਦੇ ਦਰਸ਼ਨ ਕਰਵਾ ਦੇਵੇ, ਸ਼ਬਦ ਸੁਣਾ ਦੇਵੇ, ਉਹਦੇ ਨਾਲ ਜੋੜ ਦੇਵੇ ਤੇ ਬ੍ਰਹਮ ਦਾ ਅਕਥ ਦਾ ਸਾਰਾ ਭੇਤ ਦੇ ਦੇਵੇ। ਕਹਿੰਦੇ ਸੋ ਗੁਰ ਕਰੋ ਜੋ ਸਾਚ ਦਰੜਾਵੇ, ਅਕਥ ਕਥਾਵੇ ਸ਼ਬਦ ਮਿਲਾਵੇ।
ਹੁਣ ਜਿਵੇਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਦਸਮ ਪਾਤਸ਼ਾਹ ਦੇ ਸਮੇਂ ਤੱਕ ਅੱਗੇ ਵੀ ਅਨੇਕਾਂ ਹੀ ਗੁਰਮੁਖਾਂ ਨੇ ਕਿ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਗੁਰਮੁਖ ਕਸਵੱਟੀ ਤੇ ਆਏ ਹੁੰਦੇ ਉਹਨਾਂ ਨੂੰ ਲੈ ਕੇ ਸਭ ਤੋਂ ਪਹਿਲਾਂ ਪ੍ਰਕਾਸ਼ ਦੇ ਸਨਮੁਖ ਕਰਦੇ, ਫਿਰ ਨਾਦ ਨਾਲ ਉਹਨਾਂ ਦੀ ਸੁਰਤੀ ਜੋੜ ਕੇ ਗੁਰਮੰਤਰ ਦਾ ਅਭਿਆਸ ਦੇ ਕੇ ਲਗਾਤਾਰ ਕਹਿੰਦੇ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਓ, ਨੇਤਰੀ ਸਤਿਗੁਰ ਪੇਖਣਾ ਸ਼੍ਰਵਣੀ ਸੁਣਨਾ ਗੁਰ ਨਾਓ, ਕਿ ਤੁਸੀਂ ਹੁਣ ਜੀਵਾ ਦੇ ਨਾਲ ਨਾਮ ਜਪਣਾ, ਨਾਦ ਸੁਣਨਾ ਤੇ ਸੱਚ ਨੂੰ ਦੇਖਣਾ। ਤੇ ਇਸ ਕਰਕੇ ਜਦੋਂ ਵਿਚਾਰ ਰੁਕਦੇ ਆ ਤੇ ਸਹਿਜ ਸੁਭਾਏ ਨਾਦ ਦੀ ਅਵਸਥਾ ਚੱਲ ਪੈਂਦੀ ਆ, ਸਹਿਜ ਸੁਭਾਏ ਪ੍ਰਕਾਸ਼ ਦੀ ਅਵਸਥਾ ਚੱਲ ਪੈਂਦੀ ਆ। ਜਦੋਂ ਸ਼ਬਦ ਗੁਰੂ ਦੀ ਸੇਵਾ ਕਰੋਗੇ, ਸਹਿਜ ਧੁਨ ਦੀ ਸ਼ਬਦ ਦੀ ਸੇਵਾ ਸੁਣ ਸੁਣ ਕੇ ਹੁੰਦੀ ਆ, ਔਰ ਜਿਹੜਾ ਪ੍ਰਕਾਸ਼ ਹੈ ਸਤਿਗੁਰ ਹੈ ਇਹਦੀ ਸੇਵਾ ਦੇਖ ਦੇਖ ਕੇ ਹੁੰਦੀ ਆ। ਜਿੰਨਾ ਤੁਸੀਂ ਸ਼ਬਦ ਨੂੰ ਸੁਣਦੇ ਹੋ ਬੈਠ ਕੇ, ਫਿਰ ਜਦੋਂ ਉੱਥੇ ਕੋਈ ਵਿਚਾਰ ਆਉਂਦਾ ਤੇ ਗੁਰਮੁਖ ਥੋੜ੍ਹਾ ਜਿਹਾ ਸਿਮਰਨ ਕਰਕੇ ਵਿਚਾਰਾਂ ਨੂੰ ਰੋਕ ਲੈਂਦੇ ਆ, ਫਿਰ ਸਹਿਜ ਵਿੱਚ ਬੈਠ ਜਾਂਦੇ ਆ। ਅੰਤ ਐਸੀ ਇੱਕ ਅਵਸਥਾ ਬਣ ਜਾਂਦੀ ਹੈ ਕਿ ਕੋਈ ਵਿਚਾਰ ਨਹੀਂ ਆਉਂਦਾ, ਸਰੀਰ ਤੋਂ ਰਹਿਤ ਹੋ ਕੇ ਮਨ ਲਗਾਤਾਰ ਸ਼ਬਦ ਸੁਣੀ ਜਾਂਦਾ। ਜਦੋਂ ਤੁਸੀਂ ਸ਼ਬਦ ਨੂੰ ਸੁਣਦੇ ਹੋ, ਉਹਨੂੰ ਗੁਰਬਾਣੀ ਦੇ ਵਿੱਚ ਕਿਹਾ ਕਿ ਗੁਰਮੁਖ ਗੁਰੂ ਦੀ ਸੇਵਾ ਕਰ ਰਹੇ ਆ। ਗੁਰੂ ਦੀ ਸੇਵਾ, ਗੁਰ ਕੀ ਸੇਵਾ ਨਾਮ ਤੇ ਆਈ ਹੈ। ਨਾਮ ਨੂੰ ਸੁਣਨਾ ਹੀ ਗੁਰੂ ਦੀ ਸੇਵਾ ਹੈ। ਔਰ ਜਦੋਂ ਗੁਰਮੁਖ ਫਿਰ ਬਾਹਰ ਅੰਦਰ ਜੋਤ ਦੇ ਦਰਸ਼ਨ ਕਰਦੇ ਆ, ਸੱਚ ਨੂੰ ਦੇਖਦੇ ਆ, ਉਹਨਾਂ ਨੂੰ ਮਹਾਰਾਜ ਨੇ ਕਹਿ ਦਿੱਤਾ ਕਿ ਸਤਿਗੁਰ ਦੀ ਸੇਵਾ ਕਰ ਰਹੇ ਆ, ਸੱਚ ਦੀ ਸੇਵਾ ਕਰ ਰਹੇ ਆ। ਸੱਚ ਦੀ ਸੇਵਾ, ਸਤਿਗੁਰ ਦੀ ਸੇਵਾ ਦੇਖ ਦੇਖ ਕੇ ਹੁੰਦੀ ਆ। ਗੁਰੂ ਦੀ ਸੇਵਾ ਜਿਹੜੀ ਹੈ ਉਹ ਸੁਣ ਸੁਣ ਕੇ ਹੁੰਦੀ ਆ। ਤੇ ਸੰਤਾਂ, ਸਾਧਾਂ, ਭਗਤਾਂ, ਬ੍ਰਹਮ ਗਿਆਨੀਆਂ ਦੀ ਸੇਵਾ ਉਹਨਾਂ ਦੇ ਵਚਨ ਕਮਾ ਕੇ, ਉਹਨਾਂ ਦੇ ਨਾਲ ਬੈਠ ਕੇ ਕੀਰਤਨ ਕਰਕੇ, ਸ਼ਬਦ ਦਾ ਜਾਪ ਕਰਕੇ, ਗੁਰਮੰਤਰ ਅਭਿਆਸ ਕਰਕੇ, ਭਾਵ ਕਿ ਹਰੀ ਦੇ ਗੁਣ ਜਦੋਂ ਅਸੀਂ ਸੰਤਾਂ ਸਾਧਾਂ ਦੇ ਨਾਲ ਬੈਠ ਕੇ ਗਾਉਂਦੇ ਹਾਂ, ਉਹਨਾਂ ਨੂੰ ਗੁਰਮਤਿ ਦੇ ਸਵਾਲ ਪੁੱਛਦੇ ਹਾਂ ਤੇ ਉਹਨਾਂ ਦੇ ਵਚਨ ਕਮਾਉਂਦੇ ਹਾਂ, ਇਹ ਜਿਹੜੀ ਸੰਤਾਂ ਸਾਧਾਂ ਦੀ ਅਸਲ ਸੇਵਾ ਹੈ, ਇਹ ਉਹਨਾਂ ਦੀ ਸੇਵਾ ਹੁੰਦੀ ਹੈ। ਸੋ ਇੱਕ ਗੁਰਸਿੱਖ ਕਿੰਨੀ ਕੁ ਸੰਤ ਤੇ ਸਾਧ ਦੀ ਸੇਵਾ ਕਰਦਾ ਹੈ, ਕਿੰਨੀ ਕੁ ਗੁਰੂ ਦੀ ਸੇਵਾ ਕਰਦਾ ਹੈ, ਕਿੰਨੀ ਕੁ ਸਤਿਗੁਰ ਦੀ ਸੇਵਾ ਕਰਦਾ ਹੈ, ਇਹ ਹੁਣ ਉਹਦੀ ਮਨ ਦੀ ਖਿੱਚ ਤੇ ਆ, ਉਹਦੀ ਬਿਰਤੀ ਤੇ ਆ। ਮਹਾਰਾਜ ਨੇ ਤਾਂ ਸਾਰਾ ਖੇਲ ਸਮਝਾ ਦਿੱਤਾ। ਮਹਾਰਾਜ ਕਹਿੰਦੇ ਪਏ ਨੇ, ਭਾਈ ਰੇ ਗੁਰ ਬਿਨ ਸਹਿਜ ਨਾ ਹੋਏ, ਸ਼ਬਦ ਤੋਂ ਬਿਨਾ ਸਹਿਜ ਪ੍ਰਗਟ ਨਹੀਂ ਹੋ ਸਕਦੀ। ਅੱਗੇ ਸਮਝਾ ਦਿੱਤਾ ਇੱਥੇ ਗੁਰ ਕਿਹਨੂੰ ਕਿਹਾ ਹੈ। ਕਹਿੰਦੇ ਭਾਈ ਰੇ ਗੁਰ ਬਿਨ ਸਹਿਜ ਨਾ ਹੋਏ। ਫਿਰ ਅੱਗੇ ਕੀ ਕਹਿੰਦੇ ਆ, ਸਬਦੈ ਹੀ ਤੇ ਸਹਿਜ ਉਪਜੇ, ਹਰ ਪਾਇਆ ਸੱਚ ਸੋਏ। ਹੁਣ ਇੱਥੇ ਪਤਾ ਲੱਗ ਗਿਆ, ਇੱਥੇ ਅਖੀਰ ਦੇ ਵਿੱਚ ਖੋਲ ਦਿੱਤਾ ਕਿ ਸ਼ਬਦ ਤੋਂ ਹੀ ਸਹਿਜ ਉਪਜਦੀ ਹੈ, ਫਿਰ ਉੱਥੋਂ ਅੱਗੇ ਮਾਲਕ ਮਿਲਦਾ ਹੈ। ਹੁਣ ਇਹ ਪਤਾ ਲੱਗ ਗਿਆ ਕਿ ਜਿਹੜਾ ਗੁਰ ਗੁਰ ਪਿੱਛੇ ਮਾਲਕ ਨੇ 2-3 ਵਾਰ ਪੰਕਤੀਆਂ 'ਚ ਕਿਹਾ, ਇਹ ਸ਼ਬਦ ਦੇ ਲਈ ਵਰਤਿਆ ਹੈ। ਹੁਣ ਸ਼ਬਦ ਸਭ ਤੋਂ ਪਹਿਲਾਂ ਗੁਰਮੰਤਰ ਦਾ ਸ਼ਬਦ ਹੈ, ਇਹ ਇੱਧਰ ਦੀ ਭਾਸ਼ਾ ਦਾ ਪਾਉਣ ਦਾ ਸ਼ਬਦ ਹੈ। ਇਹਨੂੰ ਅਸੀਂ ਦ੍ਰਿੜ ਕਰਦੇ ਹਾਂ ਤੇ ਫਿਰ ਸਹਿਜ ਉਪਜਦੀ ਹੈ ਤੇ ਅੰਦਰ ਸਾਡੇ ਧਿਆਨ ਲੱਗਦਾ ਹੈ। ਜਦੋਂ ਆਪ ਦੀ ਆਵਾਜ਼ ਨੂੰ ਸੁਣਦੇ ਹਾਂ ਤੇ ਕਹਿੰਦੇ ਸੁਣੀਏ ਲੱਗੈ ਸਹਿਜ ਧਿਆਨ, ਫਿਰ ਧਿਆਨ ਲੱਗਦਾ ਹੈ। ਉੱਥੋਂ ਫਿਰ ਮਾਲਕ ਦੀ ਅਨਹਦ ਬਾਣੀ ਤੇ ਪਰਾ ਬਾਣੀ ਜਦੋਂ ਪ੍ਰਗਟ ਹੁੰਦੀ ਹੈ, ਫਿਰ ਅੱਗੇ ਸੁਣ ਸੱਚ ਦਸਵੇਂ ਘਰ 'ਚ ਧਿਆਨ ਲੱਗਦਾ। ਤੇ ਮਹਾਰਾਜ ਕਹਿੰਦੇ ਪਏ ਨੇ, ਸਹਿਜੇ ਗਾਵਿਆ ਥਾਏ ਪਵੈ, ਬਿਨ ਸਹਿਜੇ ਕਥਨੀ ਬਾਦ, ਸਹਿਜੇ ਹੀ ਭਗਤ ਉਪਜੈ, ਸਹਿਜੇ ਪਿਆਰ ਬੈਰਾਗ। ਸਹਿਜੇ ਹੀ ਤੇ ਸੁਖ ਸ਼ਾਂਤ ਹੋਏ, ਬਿਨ ਸਹਿਜੇ ਜੀਵਨ ਬਾਦ। ਕਹਿੰਦੇ ਸਹਿਜ ਦੇ ਵਿੱਚ ਫਿਰ ਜਿਹੜਾ ਜਾ ਕੇ ਗੁਰਮੁਖ ਗਾਉਂਦੇ ਨੇ ਉਹ ਥਾਏ ਪੈਂਦਾ। ਸਹਿਜ ਵਿੱਚ ਗਾਉਣ ਦਾ ਮਤਲਬ ਹੁੰਦਾ ਹੈ ਕਿ ਜਦੋਂ ਅਸੀਂ ਨਾਦ ਦੇ ਵਿੱਚ ਸਮਾ ਜਾਂਦੇ ਹਾਂ ਤੇ ਸਾਡੀ ਸੁਰਤੀ ਜਿਹੜੀ ਹੈ ਉਹ ਨਾਦ ਰੂਪ ਹੋ ਜਾਂਦੀ ਹੈ। ਜਦੋਂ ਅਸੀਂ ਸੱਚ 'ਚ ਸਮਾ ਜਾਂਦੇ ਹਾਂ ਤੇ ਸਾਡੀ ਸੁਰਤੀ ਸੱਚ ਰੂਪ ਹੋ ਜਾਂਦੀ ਹੈ। ਅਸਲ ਅਵਸਥਾ ਤਾਂ ਇਹ ਹੈ। ਫਿਰ ਜਦੋਂ ਗੁਰਮੁਖ ਸਹਿਜ ਵਿੱਚ ਚਲੇ ਜਾਂਦੇ ਆ ਤੇ ਇੱਧਰ ਦੁਨੀਆ ਦੇ ਵਿੱਚ ਉਹ ਵਿਚਰਦੇ ਆ ਤੇ ਸਮਦ੍ਰਿਸ਼ਟੀ ਵਿਚਰਦੇ ਆ। ਸਮਦ੍ਰਿਸ਼ਟੀ ਕਿਸ ਤਰੀਕੇ ਵਿਚਰਦੇ ਆ ਕਿ ਸ਼ਬਦ ਨੂੰ ਸੁਣਦਿਆਂ ਹੋਇਆਂ ਗੁਰਮੰਤਰ ਦਾ ਅਭਿਆਸ ਕੀਤਾ, ਸ਼ਬਦ ਨੂੰ ਸੁਣਦਿਆਂ ਹੀ ਕਥਾ ਵਿਚਾਰ ਕੀਤੀ, ਸ਼ਬਦ ਨੂੰ ਸੁਣਦਿਆਂ ਹੀ ਵਪਾਰ ਕੀਤਾ, ਸ਼ਬਦ ਨੂੰ ਸੁਣਦਿਆਂ ਹੀ ਕਰਮ ਕੀਤਾ। ਫਿਰ ਕਹਿੰਦੇ ਸਹਿਜੇ ਗਾਵਿਆ ਥਾਏ ਪਵੈ। ਇਹ ਥਾਏ ਪੈਂਦਾ। ਥਾਏ ਮਤਲਬ ਕਿ ਦਰਗਾਹ ਦੇ ਵਿੱਚ ਇਸ ਚੀਜ਼ ਦੀ ਮਨਜ਼ੂਰੀ ਹੈ। ਜਦੋਂ ਅਸੀਂ ਸ਼ਬਦ ਦੁਆਰਾ ਲੋਕ ਤੇ ਪਰਲੋਕ ਦੇ ਵਿੱਚ ਵਿਚਰਨ ਲੱਗ ਜਾਂਦੇ ਹਾਂ, ਉਹ ਅਸੀਂ ਫਿਰ ਮਾਲਕ ਦੇ ਨਾਦੀ ਪੁੱਤਰ, ਖਾਸ ਬੱਚੇ, ਉਹਦੇ ਪਿਆਰੇ,
ਉਹਦੇ ਨੌਕਰ, ਉਹਦੇ ਸ਼ਾਹ ਬਣ ਜਾਂਦੇ ਆ, ਉਹਦੇ ਵਪਾਰੀ ਬਣ ਜਾਂਦੇ ਆ। ਦੁਨੀਆ ਦੇ ਰਾਜਿਆਂ ਨੂੰ ਬਾਦਸ਼ਾਹ ਕਿਹਾ ਜਾਂਦਾ ਹੈ ਅਤੇ ਮਾਲਕ ਦੇ ਰਾਜਿਆਂ ਨੂੰ ਪਾਤਸ਼ਾਹ ਕਿਹਾ ਜਾਂਦਾ ਹੈ। ਸੋ ਪਾਤਸ਼ਾਹੀ ਲੈਣੀ ਹੈ ਤਾਂ ਫਿਰ ਸਿਰ ਦੇਣਾ ਪੈਂਦਾ ਹੈ, ਮਨ ਵੇਚਣਾ ਪੈਂਦਾ ਆ। ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਜਿਹੜਾ ਮਨ ਵੇਚਦਾ ਉਹਨੂੰ ਪਾਤਸ਼ਾਹੀ ਮਿਲਦੀ ਹੈ। ਜਿਨ੍ਹਾਂ ਮਨ ਨਹੀਂ ਵੇਚਿਆ, ਚੁਸਤ ਚਲਾਕੀਆਂ ਰੱਖੀਆਂ, ਮਨ ਦੇ ਵਿੱਚ ਵਿਚਾਰ ਫੁਰਨੇ ਰੱਖੇ, ਤ੍ਰੈ ਗੁਣਾਂ ਤੋਂ ਅਤੀਤ ਨਹੀਂ ਹੋਏ, ਉਹਨਾਂ ਨੂੰ ਪਾਤਸ਼ਾਹੀਆਂ ਨਹੀਂ ਮਿਲਦੀਆਂ। ਨਾਲੇ ਤਾਂ ਮਾਲਕ ਦੀ ਸੇਵਾ ਕਹਿੰਦੇ ਕਰਨੀ, ਤੇ ਉਧਰੋਂ ਜੇ ਧਾਤ ਦੇ ਰਸਤੇ ਤੋਂ ਅਸੀਂ ਆਪ ਦਾ ਧਿਆਨ ਨਹੀਂ ਹਟਾਉਂਦੇ ਤੇ ਫਿਰ ਸਾਨੂੰ ਮਾਲਕ ਜਿਹੜਾ ਉਹ ਖਾਸ ਬੱਚਾ ਨਹੀਂ ਬਣਾਉਂਦਾ। ਉਹ ਫਿਰ ਸਾਨੂੰ ਉਹ ਪਿਆਰ ਨਹੀਂ ਦਿੰਦਾ ਜਿਹੜਾ ਆਪਦੇ ਭਗਤਾਂ ਨੂੰ ਦਿੰਦਾ। ਹੁਣ ਜੇ ਅਸੀਂ ਬਾਂਦਰ ਦੀ ਨਿਆਈ ਹੀ ਚੱਲਾਂਗੇ ਕਿ ਕੁੱਜੀ ਦੇ ਵਿੱਚੋਂ ਦਾਣੇ ਵੀ ਕੱਢਣੇ ਨੇ ਤੇ ਮੁੱਠੀ ਵੀ ਨਹੀਂ ਖੋਲ੍ਹਣੀ, ਤੇ ਜੇ ਤਾਂ ਮਨ ਉੱਥੇ ਸਹਿਜ ਕਰ ਜਾਵੇ ਕਿ ਮੁੱਠੀ ਖੋਲ੍ਹ ਲਵੇ ਤੇ ਤ੍ਰੈਗੁਣ ਦੀ ਕੁੱਜੀ ਤੋਂ ਪਿੱਛਾ ਛੁੱਟ ਸਕਦਾ। ਪਰ ਇਹ ਹੁਣ ਕਹਿੰਦਾ ਹੈ ਕਿ ਦਾਣੇ ਵੀ ਲੈਣੇ ਨੇ, ਤ੍ਰੈਗੁਣ ਵੀ ਨਹੀਂ ਛੱਡਣੇ, ਤੇ ਉਧਰੋਂ ਮੈਨੂੰ ਸ਼ਿਕਾਰੀ ਫੜੇ ਵੀ ਨਾ, ਤੇ ਇਹ ਨਹੀਂ ਹੋ ਸਕਦਾ। ਇਸ ਕਰਕੇ ਇੱਥੇ ਹੀ ਆ ਕੇ ਚੱਕਰ ਪੈਂਦਾ ਹੈ। ਕਿਉਂ ਤੁਹਾਡੇ ਵਿਚਾਰ ਚੱਲਦੇ ਨੇ ਗੁਰਮੰਤਰ ਦਾ ਅਭਿਆਸ ਕਰਕੇ? ਕਿਉਂ ਤੁਹਾਡੇ ਕਥਾ ਸੁਣ ਕੇ ਵੀ ਵਿਚਾਰ ਚੱਲਦੇ ਨੇ? ਕਿਉਂਕਿ ਤੁਸੀਂ ਤ੍ਰੈਗੁਣ ਨਹੀਂ ਛੱਡਦੇ, ਤੁਸੀਂ ਤ੍ਰੈਗੁਣ ਦੇ ਵਿੱਚੋਂ ਪਿਆਰ ਨਹੀਂ ਕੱਢਦੇ। ਇਸ ਕਰਕੇ ਤੁਹਾਡੇ ਵਿਚਾਰ ਚੱਲਦੇ ਆ, ਕਿਉਂਕਿ ਤੁਸੀਂ ਪਰਿਵਾਰ ਨੂੰ ਚਾਹੁੰਦੇ ਹੋ, ਤੁਸੀਂ ਆਪਦੇ ਸਰੀਰ ਨਾਲ ਪਿਆਰ ਕਰਦੇ ਹੋ, ਤੁਸੀਂ ਪੈਸੇ ਦੇ ਵਿੱਚੋਂ ਆਪਦੀ ਤ੍ਰਿਸ਼ਨਾ, ਲੋਭ, ਲਹਿਰ ਨਹੀਂ ਕੱਢ ਰਹੇ। ਤੁਹਾਨੂੰ ਆਪਦੀ ਘਰਵਾਲੀ, ਬੱਚਿਆਂ, ਮਾਂ ਬਾਪ, ਦਾਦਾ ਦਾਦੀ ਦੇ ਨਾਲ ਮੋਹ ਦੀਆਂ ਤੰਦਾਂ ਫਸੀਆਂ ਹੋਈਆਂ ਨੇ। ਇਸ ਕਰਕੇ ਤੁਹਾਡੇ ਮਨ ਦੇ ਉੱਤੋਂ ਮੈਲ ਨਹੀਂ ਉਤਰਦੀ ਪਈ। ਇਹ ਨਹੀਂ ਹੈਗਾ ਪਰਿਵਾਰ ਨੂੰ ਪਿਆਰ ਨਹੀਂ ਕਰਨਾ, ਬੱਚਿਆਂ ਨੂੰ ਪਿਆਰ ਨਹੀਂ ਕਰਨਾ। ਇਹਨਾਂ ਨੂੰ ਇੱਕ ਸੰਜੋਗੀਆਂ ਦੀ ਤਰ੍ਹਾਂ, ਜਾਂ ਜਿਵੇਂ ਆਪਾਂ ਇੱਕ ਟੀਮ ਦੇ ਤਰੀਕੇ, ਜਿਵੇਂ ਹੁਣ ਆਪਾਂ ਕਿਤੇ ਬਾਹਰ ਵਿਦੇਸ਼ ਵਿੱਚ ਖੇਲਣ ਚਲੇ ਜਾਈਏ, ਆਪਾਂ ਨੂੰ ਪਤਾ ਹੈ ਕਿ ਇੱਥੇ ਟੀਮ ਰਲੀ ਹੈ, ਕੋਈ ਹਰਿਆਣੇ 'ਚੋਂ ਖਿਡਾਰੀ ਆਇਆ, ਕੋਈ ਪੰਜਾਬ 'ਚੋਂ ਆਇਆ, ਕੋਈ ਰਾਜਸਥਾਨ, ਬੰਗਲਾਦੇਸ਼, ਕੋਈ ਉੜੀਸਾ ਤੋਂ, ਕੋਈ ਨੇਪਾਲ ਤੋਂ, ਕੋਈ ਗੁਜਰਾਤ 'ਚੋਂ, ਕੋਈ ਕਿਤੋਂ ਆਇਆ। ਹੁਣ ਤੁਹਾਨੂੰ ਪਤਾ ਕਿ ਅਸੀਂ 10 ਦਿਨ ਲਈ ਖੇਡਣ ਲਈ ਇਕੱਠੇ ਹੋਏ ਹਾਂ, ਅਤੇ 10 ਦਿਨਾਂ ਬਾਅਦ ਅਸੀਂ ਵਿਛੜ ਜਾਣਾ। ਖੇਡ ਤੱਕ ਹੀ ਅਸੀਂ ਪਿਆਰ ਰੱਖਦੇ ਹਾਂ। ਸੋ ਉਸੇ ਤਰੀਕੇ ਹੀ ਇਸ ਪਰਿਵਾਰ ਦੇ ਵਿੱਚ ਜੇ ਖਿਡਾਰੀ ਸਮਝ ਕੇ ਪ੍ਰਾਹੁਣਚਾਰੀ ਦੇ ਰੂਪ ਵਿੱਚ, ਸੰਜੋਗੀ ਦੇ ਰੂਪ ਵਿੱਚ ਪਿਆਰ ਕਰੋਗੇ, ਮਦਦ ਕਰੋਗੇ, ਫਿਰ ਤਾਂ ਠੀਕ ਹੈ। ਪਰ ਤੁਸੀਂ ਇਹਨਾਂ ਨੂੰ ਆਪ ਦੇ ਸਮਝਿਆ ਹੋਇਆ ਹੈ ਤੇ ਤੁਸੀਂ ਬਹੁਤ ਵੱਡੇ ਠੱਗੇ ਜਾ ਚੁੱਕੇ ਹੋ, ਮੂਰਖ ਬਣ ਚੁੱਕੇ ਹੋ, ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਤੁਹਾਡੇ ਸਾਹਮਣੇ ਤੁਹਾਡੇ ਬਾਪ ਦਾਦੇ, ਸੰਜੋਗੀ, ਭੈਣ ਭਾਈ, ਰਿਸ਼ਤੇਦਾਰ ਹੋਰ ਬਥੇਰੇ ਆਸੇ-ਪਾਸੇ ਚਲੇ ਗਏ, ਪਰ ਤੁਹਾਨੂੰ ਸਮਝ ਨਹੀਂ ਆਈ ਕਿ ਦੇਖੋ ਇਹ ਵਿਛੋੜਾ ਪੈਂਦਾ ਤੇ ਇੱਕ ਦਿਨ ਸਾਡਾ ਵੀ ਪੈਣਾ। ਤੇ ਫਿਰ ਜਿਹਨੇ ਸਾਨੂੰ ਇੱਥੇ ਭੇਜਿਆ, ਜਿਹਨੇ ਸਵਾਸ ਲਾਏ ਆ, ਜਿਹਨੇ ਚੁੰਝ ਲਾਈ ਆ, ਉਹਨੂੰ ਖਾਣ ਪੀਣ, ਪਾਲਣ ਪੋਸ਼ਣ ਦਾ ਸਾਰਾ ਹੀ ਉਹਨੂੰ ਫਿਕਰ ਆ। ਪਰ ਜੇ ਹੁਣ ਆਪਾਂ ਇਹਨਾਂ ਦਾ ਜੱਫਾ ਮਾਰ ਲਈਏ, ਜੇ ਫਿਰ ਹੁਣ ਅਸੀਂ ਇਹਨਾਂ ਦੇ ਨਾਲ ਤੰਦਾਂ ਹੀ ਪਾਈ ਰੱਖਦੇ ਹਾਂ, ਇਹਨਾਂ ਦੇ ਖਾਤਰ ਤਾਂ ਅਸੀਂ ਆਪ ਦਾ ਨਾਮ ਸਿਮਰਨ ਵੀ ਛੱਡ ਦਿੰਦੇ ਹਾਂ। ਉਧਰੋਂ ਸਾਡਾ ਕਰਮ, ਉਧਰੋਂ ਸਾਡਾ ਪਰਿਵਾਰ, ਉਧਰੋਂ ਸਾਡਾ ਸਰੀਰ, ਇਹ ਤਾਂ ਆਪਾਂ ਛੱਡਦੇ ਨਹੀਂ ਪਏ। ਤੇ ਛੱਡਣ ਦਾ ਮਤਲਬ ਕਿ ਇਹਨਾਂ ਦੀ ਜਿਹੜੀ ਤੁਸੀਂ ਟੈਨਸ਼ਨ ਲੈਂਦੇ ਹੋ, ਤਣਾਅ ਕਰਦੇ ਹੋ, ਇਹਨਾਂ ਦੇ ਪਿੱਛੇ ਆਸ਼ਾ ਅਭਿਲਾਸ਼ਾ ਕਰਦੇ ਹੋ, ਮੇਰਾ ਬੱਚਾ ਖਾਵੇ, ਮੇਰੇ ਧੀ ਪੁੱਤ ਖਾਣ, ਮੈਨੂੰ ਆਹ ਹੋ ਜਾਵੇ, ਇਹੀ ਚੀਜ਼ਾਂ ਤੁਹਾਨੂੰ ਪਰਲੋਕ ਦੇ ਵਿੱਚੋਂ ਇੱਧਰ ਵਾਪਸ ਲੈ ਆਉਂਦੀਆਂ ਰਹੀਆਂ ਨੇ ਅੱਜ ਤੱਕ, ਕਿਉਂਕਿ ਤੁਸੀਂ ਮਾਇਆ ਦੀ ਮਨਸ਼ਾ ਬਣਾ ਕੇ ਮਨ ਦੇ ਵਿੱਚ ਰੱਖੀ ਆ। ਅੱਜ ਵੀ ਜੇ ਤੁਹਾਡੇ ਮਨ ਦੇ ਵਿੱਚ ਮਾਇਆ ਦੀ ਮਨਸ਼ਾ ਹੈ, ਚਾਹੇ ਤੁਸੀਂ ਸਿਮਰਨ ਹੀ ਕਰ ਰਹੇ ਹੋ, ਇਹ ਚੀਜ਼ ਧਿਆਨ ਨਾਲ ਸੁਣ ਲਓ, ਜੇ ਤੁਹਾਡੇ ਮਨ ਦੇ ਵਿੱਚ ਮਾਇਆ ਦੀ, ਕਿਸੇ ਵੀ ਮਾਇਆ ਦੀ, ਧੀ ਪੁੱਤ ਦੀ, ਪੈਸੇ ਦੀ, ਜ਼ਮੀਨ ਜਾਇਦਾਦ, ਮਾਇਆ ਮੈਂ ਸਮਝਾਉਂਦਾ ਹੁੰਦਾ 2 ਤਰੀਕਿਆਂ ਦੀ, ਭਾਈ ਸਾਹਿਬ ਉਹਨਾਂ ਨੇ ਆਪਾਂ ਨੂੰ ਦੱਸਿਆ ਗੁਰਬਾਣੀ ਦੁਆਰਾ, ਕਿਸੇ ਵੀ ਤਰੀਕੇ ਦੀ ਅੱਜ ਤੁਹਾਡੇ ਮਨ ਦੇ ਵਿੱਚ ਮਨਸ਼ਾ ਹੈ ਨਾ, ਚਾਹੇ ਤੁਸੀਂ ਸਿਮਰਨ ਵੀ ਕਰ ਰਹੇ ਹੋ, ਤੇ ਬਹੁਤ ਥੋੜਾ ਟਾਈਮ ਉੱਥੇ ਰੱਖ ਕੇ ਤੁਹਾਨੂੰ ਦੁਬਾਰਾ ਜੂਨ ਦੇ ਦਿੱਤੀ ਜਾਏਗੀ। ਤੁਸੀਂ ਉਨੀ ਦੇਰ ਤੱਕ ਸੱਚ ਵਿੱਚ ਨਹੀਂ ਸਮਾ ਸਕਦੇ ਜਿੰਨੀ ਦੇਰ ਤੱਕ ਤੁਸੀਂ ਮਾਇਆ ਦੇ ਫੁਰਨੇ ਮਨ ਦੇ ਵਿੱਚ ਰੱਖਦੇ ਹੋ, ਸੰਸਾਰ ਦੇ ਫੁਰਨੇ ਮਨ ਦੇ ਵਿੱਚ ਰੱਖਦੇ ਹੋ, ਤੁਸੀਂ ਸੱਚ ਵਿੱਚ ਸਮਾ ਹੀ ਨਹੀਂ ਸਕਦੇ। ਤੇ ਜਿਹੜਾ ਸੱਚ ਵਿੱਚ ਨਹੀਂ ਸਮਾਏਗਾ ਉਹ ਵਾਪਸ ਆਏਗਾ, ਉਹਦਾ ਜਨਮ ਮਰਨ ਦਾ ਗੇੜ ਖਤਮ ਨਹੀਂ ਹੋਏਗਾ। ਕਿਉਂਕਿ ਚੱਕਰ ਹੀ ਇੱਕ ਹੈ ਕਿ ਮਾਇਆ ਦੇ ਵਿਚਾਰ ਜਿਹੜੇ ਆ ਉਹ ਆਪਾਂ ਨੂੰ ਵਾਪਸ ਇੱਥੇ ਲੈ ਆਉਂਦੇ ਆ। ਜਿਹੜੀ ਆਪਾਂ ਮਨਸ਼ਾ ਕਰਦੇ ਆ ਨਾ ਕਿ ਬਸ ਹੁਣ ਮੈਂ ਲੱਖਪਤੀ ਹੋ ਜਾਵਾਂ, ਕਰੋੜਪਤੀ ਹੋ ਜਾਵਾਂ, ਆਪਾਂ ਇਹ ਮਨ ਦੇ ਵਿੱਚ ਰੱਖ ਕੇ ਚੱਲਦੇ ਹਾਂ,
ਹੁਣ ਮੇਰੇ ਆ ਬੱਚੇ ਸੁਖੀ ਹੋ ਜਾਣ, ਹੁਣ ਮੈਂ ਇਲੈਕਸ਼ਨ ਲੜ ਲਵਾਂ, ਹੁਣ ਮੈਨੂੰ ਜੌਬ ਲੱਗ ਜਾਵੇ, ਹੁਣ ਮੇਰਾ ਬਾਹਰ ਦਾ ਕੰਮ ਬਣ ਜਾਵੇ। ਇਹ ਆਪਾਂ ਜਦੋਂ ਇੱਕ ਠੀਕ ਹੈ ਇੱਕ ਵਪਾਰ ਨੂੰ ਚਲਾ ਕੇ ਚੱਲਣਾ, ਉਹਦੇ ਲਈ ਆਪਾਂ ਪ੍ਰੋਪੋਗੰਡਾ ਰੱਖਣਾ ਮਨ ਦੇ ਵਿੱਚ, ਇਸ ਤਰ੍ਹਾਂ ਕਰਨਾ ਇਸ ਤਰ੍ਹਾਂ ਕਰਨਾ, ਉਹ ਅਲੱਗ ਗੱਲ ਹੈ। ਪਰ ਇੱਕ ਮਨ ਦੇ ਵਿੱਚ ਵਸਾ ਕੇ ਜਿਹੜਾ ਤੁਸੀਂ ਚੱਲਦੇ ਹੋ ਵੀ ਸਿਮਰਨ ਤਾਂ ਕਰ ਲਿਆ, ਹੁਣ ਘਰ ਦਾ ਕੀ ਬਣੂਗਾ, ਆਹ ਕੀ ਬਣੂਗਾ, ਇਹ ਚੀਜ਼ਾਂ ਤੁਹਾਨੂੰ ਵਾਪਸ ਲੈ ਕੇ ਆਉਣਗੀਆਂ ਉੱਥੇ ਤੁਹਾਡੀ। ਕਿਉਂਕਿ ਇੱਥੇ ਮਾਲਕ ਨੇ ਇੱਛਾਧਾਰੀ ਜਗਤ ਬਣਾਇਆ, ਜਿਵੇਂ ਦੀ ਜਿਹਦੀ ਇੱਛਾ ਹੈ ਉਹਦੀ ਪੂਰੀ ਕੀਤੀ ਜਾਂਦੀ ਆ। ਜੇ ਹੁਣ ਨਹੀਂ ਤੇ ਜਦੋਂ ਅਗਲੀ ਵਾਰੀ ਸਮਾਂ ਦਿੱਤਾ ਜਾਂਦਾ ਉਵੇਂ ਦੀ ਇੱਛਾ ਉਹਦੀ ਪੂਰੀ ਕਰ ਦਿੱਤੀ ਜਾਂਦੀ ਹੈ। ਤੇ ਜੇ ਕਿਸੇ ਨੇ ਮਾੜੀ ਇੱਛਾ ਰੱਖ ਲਈ ਹੈ ਉਹਦੀ ਜੂਨਾਂ ਵਿੱਚ ਲਿਜਾ ਕੇ ਪੂਰੀ ਕਰ ਦੇਣਗੇ। ਜੇ ਕਿਸੇ ਨੇ ਚੰਗੀ ਇੱਛਾ ਇੱਥੇ ਦੁਨਿਆਵੀ ਤੌਰ ਤੇ ਰੱਖ ਲਈ ਹੈ ਤਾਂ ਵੀ ਉਹਦੀ ਮਾਨਸ ਜਾਮੇ ਦੀ ਜੂਨ ਦੇ ਵਿੱਚ ਕਰ ਦੇਣਗੇ। ਪਰ ਇੱਧਰ ਦਾ ਮਾੜਾ ਚੰਗਾ ਮਾਲਕ ਨੇ ਪਾਪ ਦੱਸਿਆ ਆ। ਚਾਹੇ ਇੱਧਰ ਮਾੜਾ ਸੋਚੋ ਚਾਹੇ ਚੰਗਾ ਸੋਚੋ, ਇੱਧਰ ਪਾਪ ਹੀ ਆ। ਜਿਹਨੇ ਸੱਚ ਦੀ ਇੱਛਾ ਰੱਖੀ ਆ ਉਹ ਪੂਰਨ ਹੋਇਆ। ਹੁਣ ਕੀ ਤੁਸੀਂ ਸੋਚਦੇ ਹੋ ਕਿ ਵੀ ਜੋ ਕੁਛ ਆ ਉਹ ਨਾਮ ਹੀ ਆ, ਮੈਂ ਤਾਂ ਸੱਚ ਦੀ ਸੇਵਾ ਕਰਨੀ ਹੈ, ਚਾਹੇ ਇੱਧਰ ਮੈਨੂੰ ਰੁੱਖਾ ਮਿਲੇ ਭੋਏ ਤੇ ਸੌਣਾ ਮਿਲੇ। ਗਿਆਨ ਦੁਆਰਾ ਨਹੀਂ, ਗਿਆਨੀ ਤਾਂ ਆਪਾਂ ਬਹੁਤ ਵੱਡੇ ਆ, ਕਿਤੇ ਇਕੱਲੇ ਬੈਠ ਕੇ ਸੋਚਿਓ ਤੁਹਾਡੀ ਇੱਛਾ ਕੀ ਹੈ। ਔਰ ਭਾਈ ਸਾਹਿਬ ਹੋਣਾ ਨੇ ਸਾਨੂੰ ਸਮਝਾਇਆ ਆ ਕਿ ਤੁਸੀਂ ਆਪ ਦੀ ਭਵਿੱਖਬਾਣੀ ਪਹਿਲੋਂ ਦੇਖ ਸਕਦੇ ਹੋ। ਜੇ ਤੁਹਾਡੇ ਅੰਦਰ ਅੱਜ ਲੋਭ ਲਹਿਰ ਦੇ ਕਾਮ ਕ੍ਰੋਧ ਦੇ ਫੁਰਨੇ ਜ਼ਿਆਦਾ ਚੱਲਦੇ ਆ, ਤੁਸੀਂ ਇਸ ਚੀਜ਼ ਨਾਲ ਜ਼ਿਆਦਾ ਗ੍ਰਸਤ ਰਹਿੰਦੇ ਹੋ, ਤਾਂ ਓਬਵੀਅਸਲੀ ਤੁਸੀਂ ਪਤਾਲ ਲੋਕ ਦੀਆਂ ਜੂਨਾਂ ਵੱਲ ਵੱਧ ਰਹੇ ਹੋ। ਇਹ ਤੁਹਾਡੀ ਭਵਿੱਖਬਾਣੀ ਹੈ। ਜੇ ਤੁਸੀਂ ਸਾਰਾ ਦਿਨ ਆਸ਼ਾ ਅਭਿਲਾਸ਼ਾ ਵਪਾਰ ਖੇਤੀ ਔਰ ਦੁਕਾਨਦਾਰੀ ਤ੍ਰਿਸ਼ਨਾ ਸੰਸੇ ਫੁਰਨੇ ਫਿਕਰਾਂ ਘਰ ਗ੍ਰਸਤੀ ਦੇ ਵਿੱਚ ਜ਼ਿਆਦਾ ਤੁਹਾਨੂੰ ਫੁਰਨੇ ਆਉਂਦੇ, ਸਿਮਰਨ ਨਹੀਂ ਕਰ ਰਹੇ, ਤਾਂ ਤੁਸੀਂ ਭੂਮਲੋਕ ਦੀਆਂ ਜੂਨਾਂ ਵੱਲ ਵੱਧ ਰਹੇ ਹੋ। ਦਿਨ ਦਿਨ ਕਰਕੇ ਤੁਸੀਂ ਜਾਓਗੇ, ਕੋਈ ਨਹੀਂ ਰੋਕ ਸਕਦਾ। ਔਰ ਜੇ ਤੁਸੀਂ ਜ਼ਿਆਦਾ ਹੀ ਨਾਮ ਸਿਮਰਨ ਨਹੀਂ ਕਰਦੇ, ਬਸ ਦਾਨ ਪੁੰਨ ਕਰਦੇ ਹੋ ਔਰ ਇੱਧਰ ਦੇ ਸੰਸਕਾਰ ਕਰਦੇ ਹੋ, ਅੱਛਾ ਨਾਮ ਕਮਾਉਂਦੇ ਹੋ, ਨਾਲ ਹਉਮੈ ਵੀ ਨਹੀਂ ਛੱਡਦੇ, ਤੇ ਤੁਸੀਂ ਆਕਾਸ਼ ਲੋਕ ਦੀਆਂ ਜੂਨਾਂ ਦੇ ਵਿੱਚ ਜਾਓਗੇ। ਇਸ ਕਰਕੇ ਤੁਸੀਂ ਰੋਜ਼ ਦਾ ਰੋਜ਼ ਮੈਂ ਤੁਹਾਨੂੰ ਜਿਹੜੀ ਗੱਲ ਕਹੀ ਹੈ, ਜਿਹੜਾ ਉਹ ਰਜਿਸਟਰ ਲਾਉਣਾ ਹੈ, ਉਹਦੇ ਵਿੱਚ ਪਤਾ ਲੱਗਦਾ ਰਹਿੰਦਾ ਕਿ ਕਿੰਨੇ ਸਵਾਸ ਜਮ੍ਹਾਂ ਹੋਏ, ਕਿਹੜੇ ਮੇਰੇ ਸਵਾਸ ਚੱਲਦੇ ਨੇ, ਤੇ ਫਿਰ ਮਹੀਨੇ ਵਿੱਚ 2 ਮਹੀਨਿਆਂ 'ਚ ਆਪ ਦਾ ਕ੍ਰੈਡਿਟ ਕੱਢ ਕੇ ਦੇਖਣਾ ਹੈ ਕਿ ਮੇਰੀ ਭਵਿੱਖਬਾਣੀ ਮੈਂ ਕਿਹੜੀਆਂ ਜੂਨਾਂ ਪਾਸੇ ਜਾਣਾ ਪਿਆ। 24,000 ਸਵਾਸਾਂ ਦੇ ਵਿੱਚੋਂ ਕਿੰਨਾ ਕੁ ਮੇਰੇ 'ਚ ਬਦਲਾਵ ਆਇਆ, ਤੇ ਉਹ ਤੁਹਾਡਾ ਭਵਿੱਖਬਾਣੀ ਤੁਸੀਂ ਆਪ ਦੇਖ ਸਕਦੇ ਹੋ। ਜਦੋਂ 10 ਦਿਨਾਂ ਦਾ ਹਿਸਾਬ ਤੁਸੀਂ ਸਵਾਸਾਂ ਦਾ ਰੱਖ ਕੇ ਦੇਖਿਆ ਬਈ 24,000 ਹੈਗੇ ਆ ਸਵਾਸ ਇੱਕ ਦਿਨ ਦੇ, ਤੇ 10 ਦਿਨਾਂ ਦੇ ਵਿੱਚ ਹੋ ਗਏ 2,40,000। ਤੇ ਹੁਣ ਮੈਂ ਦੇਖਾਂ ਮੈਂ ਜੋੜੇ ਕਿੰਨੇ ਆ, ਤੇ ਜੋੜੇ ਤਾਂ ਉਤਲੇ ਚਲੋ 30-40,000, 2 ਲੱਖ ਸਵਾਸ ਵੇਸਟ ਗਿਆ। ਤੇ ਜਿੱਥੇ ਹੋ ਗਿਆ ਜਿਹੜੀ ਚੀਜ਼ ਦਾ ਜ਼ਿਆਦਾ ਜ਼ੋਰ ਹੈ ਉਸੇ ਪਾਸੇ ਜਾਓਗੇ। ਸੋ ਇਸੇ ਕਰਕੇ ਆਪ ਦੀ ਭਵਿੱਖਬਾਣੀ ਆਪ ਦੇਖੋ ਕਿ ਤੁਸੀਂ ਕਿਹੜੀਆਂ ਜੂਨਾਂ ਵੱਲ ਵੱਧ ਰਹੇ ਹੋ। ਜਿਹੜਾ ਤੁਸੀਂ ਹਿਸਾਬ ਕਿਤਾਬ ਨਹੀਂ ਨਾ ਰੱਖਦੇ, ਤੁਹਾਨੂੰ ਵਾਰ-ਵਾਰ ਬੇਨਤੀ ਕਰੀਦੀ ਆ ਵੀ ਲਿਖੋ ਆਪਦੇ ਸਵਾਸ, ਮਤਲਬ ਕਿ ਹਜੇ 5 ਦੂਤਾਂ ਦਾ ਜ਼ੋਰ ਆ, ਉਹ ਤੁਹਾਨੂੰ ਭਰਮਾ ਲੈਂਦੇ ਆ ਵੀ ਚਲੋ ਸੰਗਤ ਵਿੱਚ ਤਾਂ ਕਹਿੰਦੇ ਹੀ ਹੁੰਦੇ ਨੇ ਵੀ ਛੱਡ ਪਰਾਂ ਕੀ ਲਿਖਣਾ, ਕੌਣ ਲਿਖੇਗਾ, ਮਤਲਬ ਇਹ 5 ਅੜਾ ਲੈਂਦੇ ਆ ਹਜੇ ਤੁਹਾਨੂੰ, ਤਾਂ ਹੀ ਤੁਹਾਨੂੰ ਲਿਖਣ ਨਹੀਂ ਦਿੰਦੇ, ਤੁਹਾਨੂੰ ਖੁਦ ਦੀ ਪੱਤਰੀ ਦੇਖਣ ਨਹੀਂ ਦਿੰਦੇ। ਵੀ ਜੇ ਖੁਦ ਦੀ ਪੱਤਰੀ ਦੇਖੂਗਾ, ਆਪਦੇ ਸਵਾਸਾਂ ਦਾ ਹਿਸਾਬ ਰੱਖੂਗਾ, ਤੇ ਸਾਡੇ ਹੱਥੋਂ ਇਹ ਜਾਊਗਾ। ਇਸੇ ਕਰਕੇ ਜਿੰਨੀ ਦੇਰ ਤੱਕ ਤੁਸੀਂ ਨਾਮ ਵਿੱਚ ਤੇ ਸੱਚ ਵਿੱਚ ਨਹੀਂ ਸਮਾਏ, ਉਨੀ ਦੇਰ ਤੱਕ ਤਾਂ ਤੁਸੀਂ ਨਿਸ਼ਚਿੰਤ ਰਹਿਣਾ ਹੀ ਛੱਡ ਦਿਓ ਕਿ ਵੀ ਸਾਨੂੰ ਕਿਸੇ ਪਾਸੋਂ ਕੋਈ ਠੰਡੀ ਹਵਾ ਮਿਲ ਜੂਗੀ। ਨਾਮ ਵਿੱਚ ਤੁਸੀਂ ਨਹੀਂ ਸਮਾਏ, ਸੱਚ ਵਿੱਚ ਤੁਸੀਂ ਨਹੀਂ ਸਮਾਏ, ਤੇ ਇਹ 2 ਗੱਲਾਂ ਦਾ ਰਸਤਾ ਹੀ ਗੁਰਬਾਣੀ ਗੁਰੂ ਚਲਾ ਰਹੇ ਨੇ। ਤੇ ਜੇ ਦੋਨੋਂ ਅਵਸਥਾ ਸਾਡੇ ਕੋਲ ਨਹੀਂ ਹੈਗੀਆਂ ਤੇ ਉੱਦਾਂ ਗੱਲ ਨਾਮ ਦੇ ਹੀ ਗੁਰਮੁਖ ਹੋ। ਤੇ ਕਹਿੰਦੇ ਜਿਨੀ ਗੁਰਮੁਖ ਨਾਮ ਨਾ ਬੂਝਿਆ ਮਰ ਜਨਮੈ ਆਵੈ ਜਾਏ। ਜਿਹੜਾ ਗੁਰਮੁਖ ਤਾਂ ਬਣ ਗਿਆ ਪਰ ਨਾਮ ਦੇ ਵਿੱਚ ਨਹੀਂ ਸਮਾਇਆ, ਸੱਚ 'ਚ ਨਹੀਂ ਸਮਾਇਆ, ਉਹ ਜਨਮ ਮਰਨ ਦੇ ਵਿੱਚ ਰਹੂਗਾ, ਉਹਦਾ ਕੋਈ ਆਵਾਗਮਨ ਖਤਮ ਨਹੀਂ ਕਰ ਸਕਦਾ। ਵਾਰ-ਵਾਰ ਵੇਖਣਾ ਪਊਗਾ ਗੁਰਮੁਖ ਪਿਆਰਿਓ, ਜੀਵਨ ਦੀ ਬਾਜੀ ਜਿੱਤਣੀ ਬਹੁਤ ਵੱਡੀ ਗੱਲ ਆ। ਇਹ ਤਾਂ ਫਿਰ ਚਾਕਰਾਂ ਦੇ ਚਾਕਰ ਬਣ ਕੇ ਚੱਲਣਾ ਪੈਂਦਾ। ਜਦੋਂ ਅਵਸਥਾ ਨਹੀਂ ਤੇ ਫਿਰ ਗੁਰੂ ਦਾ ਮੰਤਰ, ਗੁਰੂ ਦੇ ਸ਼ਬਦ ਦਾ ਲਗਾਤਾਰ ਅਭਿਆਸ ਜਾਰੀ ਰੱਖੋ। ਜਦੋਂ ਚਲਾਕੀ ਦੇ ਵਿੱਚ ਚੱਲਦੇ ਆ ਨਾ, ਆਪਾਂ ਦੂਸਰੇ ਨੂੰ ਬੇਵਕੂਫ ਸਮਝਦੇ ਆ, ਕਿਸੇ ਹੋਰ ਭਾਈ ਭੈਣ ਮਿੱਤਰ ਕੋਈ ਰਿਸ਼ਤੇਦਾਰ ਨੂੰ ਕਿਸੇ ਨੂੰ ਦੁਸ਼ਮਣ ਸਮਝਦੇ ਹੋ, ਕਿਸੇ ਨੂੰ ਚੰਗਾ ਸਮਝਦੇ ਹੋ, ਕਿਸੇ ਦੀ ਈਰਖਾ ਕਰਦੇ ਹੋ, ਕਿਸੇ ਦੀ ਦਵੈਤ ਕਰਦੇ ਹੋ, ਤੇ ਚਾਹੇ ਤੁਸੀਂ ਕਿੰਨੇ ਮਰਜ਼ੀ ਗਿਆਨੀ ਹੋ,
ਜਿੰਨਾ ਮਰਜ਼ੀ ਤੁਸੀਂ ਚਾਹੇ ਇੱਧਰ ਕਰਮਕਾਂਡ ਕਰਦੇ ਹੋ, ਚਾਹੇ ਨਾਮ ਜਪਦੇ ਹੋ, ਪਰ ਜੇ ਮਨ ਦੇ ਵਿੱਚੋਂ ਦੁਬਿਧਾ ਨਫ਼ਰਤ ਨਹੀਂ ਨਾ ਤੁਹਾਡੇ ਗਈ ਤੇ ਸਮਝੋ ਤੁਸੀਂ ਜੂਨਾਂ ਦੇ ਵਿੱਚ ਜਾਣਾ ਆ। ਮਹਾਰਾਜ ਕਹਿੰਦੇ ਜਿਸ ਨਰ ਕੀ ਦੁਬਿਧਾ ਨਾ ਜਾਏ, ਧਰਮ ਰਾਏ ਤਿਸ ਦੇਸ ਜਾਏ। ਮਹਾਰਾਜ ਕਹਿੰਦੇ ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਹੀ। ਜਿਨ੍ਹਾਂ ਨੇ ਪੁੰਨ ਦਾਨ ਕੀਤਾ ਪਰ ਦੁਬਿਧਾ ਨੂੰ, ਨਫ਼ਰਤ ਨੂੰ, ਸੱਚ ਨੂੰ ਯਾਦ ਨਹੀਂ ਰੱਖਿਆ ਤੇ ਦੁਬਿਧਾ ਨਫ਼ਰਤ ਨੂੰ ਮਨ ਦੇ ਵਿੱਚੋਂ ਨਹੀਂ ਕੱਢਿਆ, ਤੇ ਕਹਿੰਦੇ ਸਾਰੇ ਧਰਮਰਾਜ ਦੇ ਕੋਲ ਜਾਣਗੇ। ਧਰਮਰਾਜ ਦਾ ਮਤਲਬ ਕਿ ਵਾਇਆ ਪੰਜਾਂ ਜਵਦੂਤਾਂ ਦੇ ਰਾਹੀਂ ਇਹ ਦਰਗਾਹ ਦੇ ਵਿੱਚ ਮਾਲਕ ਦੇ ਅੱਗੇ ਪੇਸ਼ ਹੋਣਗੇ। ਜੇ ਇੰਨਾ ਹੀ ਇਹ ਸੌਖਾ ਰਸਤਾ ਹੋਵੇ ਤੇ 90 ਹਜ਼ਾਰ ਸਾਲ ਤੁਸੀਂ ਵੇਦ ਸ਼ਾਸਤਰਾਂ ਦੇ ਵਿੱਚ ਪੜ੍ਹ ਕੇ ਦੇਖੋ, ਤਪ ਕਰਕੇ ਉਹ ਜੂਨਾਂ 'ਚ ਗਏ ਆ। 90 ਹਜ਼ਾਰ ਸਾਲ ਲਗਾਤਾਰ ਸਵਾਸ ਉਲਟਾ ਕੇ ਬੈਠੇ ਰਹੇ, ਪਰ ਗਏ ਕਿੱਥੇ? ਜੂਨਾਂ ਦੇ ਵਿੱਚ। ਵੱਡੇ ਵੱਡੇ ਇੰਦਰ ਰਾਜੇ ਵਰਗੇ ਦੇਵਤਿਆਂ ਦੇ ਕਿੰਨੇ ਆਪਾਂ ਗਾਥਾ ਸੁਣਦੇ ਆ, ਉਹਨਾਂ ਵਰਗੇ ਜਿਹੜੇ ਆ ਉਹ ਦੇਵਲੋਕ ਦੀ ਜੂਨ ਦੇ ਵਿੱਚ ਬੈਠੇ ਆ, ਜਿਨ੍ਹਾਂ ਦਾ ਜਸ ਕਰਦੀ ਪਈ ਆ ਦੁਨੀਆ, ਉਹਨਾਂ ਦੀਆਂ ਫੋਟੋਆਂ ਮੰਦਰ ਪੂਜਦੇ ਪਏ ਆ, ਉਹ ਦੇਵਲੋਕ ਦੇ ਵਿੱਚ ਬੈਠੇ ਆ। ਬ੍ਰਹਮਾ ਵਿਸ਼ਨ ਮਹੇਸ਼ ਸ਼ਿਵ ਜੀ ਵਰਗੇ ਅਵਤਾਰ ਉਹ ਦੇਵਲੋਕ 'ਚ ਬੈਠੇ ਆ, ਤੇ ਸੱਚਖੰਡ ਦੀ ਅਵਸਥਾ ਦੇਵਲੋਕ ਤੋਂ ਉੱਪਰ ਹੈ। ਤੇ ਜਿਨ੍ਹਾਂ ਨੂੰ ਲੋਕ ਜਸ ਕਰਦੇ ਨੇ, ਦੁਨੀਆ ਗਾਉਂਦੀ ਪਈ ਆ, ਤੇ ਫਿਰ ਆਪਾਂ ਕਿੱਡੀ ਕੁ ਵੱਡੀ ਚੀਜ਼ ਆ। ਖੇਲ ਹੈ ਭਾਈ ਧਿਆਨ ਦਾ। ਵਾਰ-ਵਾਰ ਤੁਹਾਡਾ ਧਿਆਨ ਬਦਲਾ ਰਹੇ ਆ ਤੇ ਤੁਸੀਂ ਬਦਲ ਨਹੀਂ ਰਹੇ, ਵਿਰਲੇ ਬਦਲ ਰਹੇ ਨੇ। ਹੈਗੇ ਆ, ਮੈਂ ਇਹ ਨਹੀਂ ਕਹਿੰਦਾ 100 ਦਾ 100 ਹੀ ਬਦਲ ਰਹੇ ਆ, ਪਰ ਬਹੁਤੇ ਨਹੀਂ ਬਦਲ ਰਹੇ। ਤੇ ਮੈਂ ਇਸ ਕਰਕੇ ਕਹਿਣਾ, ਜੇ ਤੁਸੀਂ ਨਹੀਂ ਬਦਲ ਰਹੇ ਤੇ ਮੈਂ ਸਿੱਧਾ ਕਹਿਣਾ ਹੁਣਾ, ਸਾਵਧਾਨ ਹੋ ਜਾਓ। ਨਾ ਤਾਂ ਮੇਰਾ ਕੁਛ ਜਾਣਾ, ਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਣੀ ਦਾ ਕੁਛ ਜਾਣਾ, ਤੇ ਜੇ ਜਾਊਗਾ ਤੇ ਤੁਹਾਡਾ ਹੀ ਜਾਊਗਾ। ਜੇ ਤੁਸੀਂ ਸ਼ਬਦ ਦਾ ਅਭਿਆਸ ਨਹੀਂ ਕਰਦੇ, ਤੁਸੀਂ ਅਕਥ ਦੇ ਗਿਆਨ ਨੂੰ ਮਨ ਦੇ ਵਿੱਚ ਵਸਾ ਕੇ ਨਹੀਂ ਚੱਲਦੇ, ਤੁਸੀਂ ਅੰਤਰਗਤ ਸਹਿਜ ਸੱਚ ਉਸ ਅੰਮ੍ਰਿਤ ਰਸ ਦੀ ਖੋਜ ਨਹੀਂ ਕਰਦੇ, ਤੁਸੀਂ ਸੱਚ ਤੱਕ ਪਹੁੰਚਣ ਦੀਆਂ ਵਿਧੀਆਂ, ਉਹ ਸੱਚ ਦੀ ਕਮਾਈ ਨਹੀਂ ਕਰਦੇ, ਤੁਸੀਂ ਸੰਗਤ ਦੇ ਬਚਨਾਂ ਨੂੰ ਨਹੀਂ ਮੰਨਦੇ, ਕਿਸੇ ਸੰਤ ਸਾਧ ਦੀ ਸੇਵਾ ਨਹੀਂ ਕਰਦੇ, ਤੇ ਕਿਸ ਤਰੀਕੇ ਤੁਸੀਂ ਤਰ ਜਾਓਗੇ? ਤੇ ਮਹਾਰਾਜ ਕਹਿੰਦੇ ਕਰਮਾਂ ਕਰਕੇ ਤਾਂ ਕੋਈ ਅੱਜ ਤੱਕ ਤਰਿਆ ਹੀ ਨਹੀਂਗਾ। ਮਹਾਰਾਜ ਕਹਿੰਦੇ ਪਏ ਨੇ ਮਾਇਆ ਵਿੱਚ ਸਹਿਜ ਨਾ ਉਪਜੈ। ਮਾਇਆ ਦੇ ਜਿੰਨੇ ਕੰਮ ਨੇ ਇਹਨਾਂ ਵਿੱਚ ਸਹਿਜ ਨਹੀਂ ਪ੍ਰਗਟ ਹੁੰਦੀ। ਮਾਇਆ ਦੂਜੇ ਭਾਏ, ਇਹ ਦੂਜੇ ਭਾਏ, ਦੂਜੇ ਪਿਆਰ ਪਵਾ ਦਿੰਦੀ ਆ। ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਏ। ਇਹ ਕੀ ਕਰਦੇ ਆ ਫਿਰ? ਜਿਹੜੇ ਮਨਮੁਖ ਕਹਿੰਦੇ ਆ ਨਾ ਵੀ ਅਸੀਂ ਤਾਂ ਸਾਡੇ ਕਰਮ ਚੰਗੇ ਆ, ਅਸੀਂ ਤਾਂ ਕਿਸੇ ਨੂੰ ਕੁਛ ਮਾੜਾ ਕਹਿੰਦੇ ਹੀ ਨਹੀਂ, ਸਾਨੂੰ ਤਾਂ ਨਾਮ ਜਪਣ ਦੀ ਲੋੜ ਹੀ ਨਹੀਂ, ਕਹਿੰਦੇ ਇਹ ਹਉਮੈ ਫਿਰ ਇਹਨਾਂ ਨੂੰ ਅਗਨ ਦੇ ਵਿੱਚ ਸਾੜਦੀ ਆ। ਇੱਥੇ ਵੀ ਸਾੜਦੀ ਆ ਤੇ ਬਾਅਦ ਵਿੱਚ ਵੀ ਸਾੜਦੀ ਆ। ਫਿਰ ਕੀ ਕਹਿੰਦੇ? ਇਹਨਾਂ ਨਾਲ ਕੀ ਬਣੂਗਾ? ਜੰਮਣ ਮਰਨ ਨਾ ਚੁੱਕਈ ਫਿਰ ਆਵੇ ਜਾਏ। ਆਉਣਾ ਜਾਣਾ ਬਣਿਆ ਰਹੂਗਾ। ਫਿਰ ਕਹਿੰਦੇ ਪਏ ਆ ਤ੍ਰੈ ਗੁਣਾ ਵਿੱਚ ਸਹਿਜ ਨਾ ਪਾਈਏ, ਤ੍ਰੈ ਗੁਣ ਭਰਮ ਭੁਲਾਏ। ਤ੍ਰੈ ਗੁਣ ਰਜੋ ਗੁਣ ਤਮੋ ਗੁਣ ਸਤੋ ਗੁਣੀ ਫੁਰਨਿਆਂ ਵਿੱਚ ਸਹਿਜ ਨਹੀਂ ਹੈਗੀ। ਤੁਸੀਂ ਭਰਮ ਵਿੱਚ ਹੋ ਕਿ ਮੈਂ ਸਹਿਜ ਵਿੱਚ ਹਾਂ। ਜਦੋਂ ਸੱਚ 'ਚ ਧਿਆਨ, ਸ਼ਬਦ 'ਚ ਧਿਆਨ, ਗੁਰਮੰਤਰ 'ਚ ਧਿਆਨ ਹੀ ਨਹੀਂ ਲੱਗਾ, ਕਿੱਦਾਂ ਸਹਿਜ 'ਚੋਂ? ਪੜੀਏ ਗੁਣੀਏ ਕਿਆ ਕਥੀਏ, ਜਾਂ ਮੁੰਡੋ ਕੁੱਥਾ ਜਾਏ। ਕਹਿੰਦੇ ਪੜਿਆ ਸੁਣਿਆ ਵਿਚਾਰਿਆ ਕੀ ਹੋਊਗਾ ਜਦੋਂ ਮੁੱਢ ਨਾਲ ਤਾਂ ਤੂੰ ਜੁੜਿਆ ਹੀ ਨਹੀਂ। ਮੋਢਾ ਸ਼ਬਦ ਸੱਚ। ਪੜੀਏ ਗੁਣੀਏ ਕਿਆ ਕਥੀਏ, ਉਧਰਾਂ ਤੂੰ ਗਿਆਨੀ ਬਣਿਆ ਫਿਰਦਾ, ਬੜਾ ਸੋਹਣਾ ਪ੍ਰਚਾਰਕ ਬਣ ਗਿਆ, ਤੂੰ ਪੜ੍ਹਾਈ ਵੀ ਕਰ ਲਈ, ਤੇ ਕਹਿੰਦੇ ਜਦੋਂ ਮੁੱਢ ਦੇ ਨਾਲ ਗੰਢੀ ਨਹੀਂ ਤੇ ਫਿਰ ਕਹਿੰਦੇ ਕੀ ਫਾਇਦਾ? ਫਿਰ ਸਹਿਜ ਹੈ ਕਿੱਥੇ? ਮਹਾਰਾਜ ਜੀ ਦੱਸੋ। ਕਹਿੰਦੇ ਚੌਥੇ ਪਦ ਮੇ ਸਹਿਜ ਹੈ ਗੁਰਮੁਖ ਪੱਲੇ ਪਾਏ। ਚੌਥੇ ਪਦ ਵਿੱਚ ਸਹਿਜ ਹੈ। ਕਿੰਨਾ ਖੋਲ ਕੇ ਸਮਝਾਉਂਦੇ ਪਏ ਨੇ। ਚੌਥਾ ਪਦ ਹੈ ਜਿੱਥੇ ਪੌਣ ਪਾਣੀ ਬਸੰਤਰ ਨਹੀਂ, ਜਿੱਥੇ ਸ਼ਬਦ ਚੱਲ ਰਿਹਾ। ਫਿਰ ਹੁਣ ਕਹਿੰਦੇ ਹੁਣ ਉਹ ਨਾਮ ਹੈ ਕੀ ਤੇ ਕਿੱਥੇ ਆ? ਕਹਿੰਦੇ ਨਿਰਗੁਣ ਨਾਮ ਨਿਧਾਨ ਹੈ ਸਹਿਜੇ ਸੋਝੀ ਹੋਈ। ਆ ਜਿਹੜਾ ਸਾਹਮਣੇ ਨਿਰਗੁਣ ਹੈ, ਇਹ ਨਾਮ ਇਹਦੇ ਵਿੱਚ ਚੱਲ ਰਿਹਾ ਹੈ। ਇਹ ਨਾਮ ਦੇ ਵਿੱਚੋਂ ਨਿਰਗੁਣ ਪ੍ਰਗਟ ਹੋ ਰਿਹਾ। ਪੌਣ ਪਾਣੀ ਬਸੰਤਰ ਦਾ ਖਜ਼ਾਨਾ, ਧਰਤ ਆਕਾਸ਼ ਦਾ ਖਜ਼ਾਨਾ ਨਾਮ 'ਚੋਂ ਪ੍ਰਗਟ ਹੋ ਰਿਹਾ ਹੈ। ਕਹਿੰਦੇ ਜਦੋਂ ਲਗਾਤਾਰ ਸਹਿਜ ਵਿੱਚ ਵਾਸ ਕਰੋਗੇ ਤੇ ਸੋਝੀ ਹੋ ਜਾਊਗੀ। ਫਿਰ ਮਹਾਰਾਜ ਕਹਿੰਦੇ ਪਿਆ ਬਿਨ ਸਹਿਜੇ ਸਭ ਅੰਧ ਹੈ, ਮਾਇਆ ਮੋਹ ਗੁਬਾਰ, ਸਹਿਜੇ ਹੀ ਸੋਝੀ ਪਈ, ਸਾਚੇ ਸ਼ਬਦ ਅਪਾਰ, ਆਪੇ ਬਖਸ਼ ਮਲਾਈਣ ਪੂਰੇ ਗੁਰ ਕਰਤਾਰ।
ਕਹਿੰਦੇ ਸਹਿਜ ਤੋਂ ਬਿਨਾ ਹਰ ਇੱਕ ਜੀਵ ਅੰਨਾ ਹੈ। ਜਦੋਂ ਸਹਿਜ ਪ੍ਰਗਟ ਨਹੀਂ ਹੋਈ, ਸੱਚ ਪ੍ਰਗਟ ਨਹੀਂ ਹੋਇਆ, ਅੱਗੋਂ ਦਿਖਦਾ ਕੁਛ ਵੀ ਨਹੀਂ, ਬਸ ਕੋ ਦੁਸ਼ਮਣ ਦਿਖ ਰਿਹਾ, ਕੋ ਦੋਸਤ ਦਿਖ ਰਿਹਾ, ਤੇ ਕਹਿੰਦੇ ਅੰਨਾ ਹੈ। ਜਦੋਂ ਤੂੰ ਧਰਮ ਹੀ ਨਹੀਂ, ਹਜੇ ਤੱਕ ਤਾਂ ਤੂੰ ਸਿੱਖ ਬਣਿਆ ਫਿਰਦਾ, ਜੈਨੀ ਬਣਿਆ ਫਿਰਦਾ, ਹਿੰਦੂ ਬਣਿਆ ਫਿਰਦਾ, ਮੁਸਲਮਾਨ ਬਣਿਆ ਫਿਰਦਾ, ਜੱਟ ਬਣਿਆ ਫਿਰਦਾ, ਈਸਾਈ ਬਣਿਆ ਫਿਰਦਾ, ਕਸਾਈ ਬਣਿਆ ਫਿਰਦਾ, ਹਜੇ ਤਾਂ ਤੂੰ ਕੌਮਾਂ 'ਚ ਹੀ ਵੰਡਿਆ ਪਿਆ ਭਾਈ। ਤੈਨੂੰ ਹਜੇ ਸਾਰਿਆਂ ਦੇ ਵਿੱਚ ਤਾਂ ਉਹ ਪ੍ਰਕਾਸ਼ ਨਜ਼ਰ ਹੀ ਨਹੀਂ ਆਉਣ ਲੱਗਾ। ਜੇ ਪ੍ਰਕਾਸ਼ ਨਜ਼ਰ ਆ ਜਾਵੇ ਤੇ ਫਿਰ ਕਵੇ ਨਾ ਵੀ ਕੋਈ ਧਰਮ ਹੈ ਹੀ ਨਹੀਂ, ਸਾਰੇ ਇੱਕੋ ਦੇ ਵਿੱਚੋਂ ਆਏ ਆ, ਤੇ ਕਿਹਦੇ ਨਾਲ ਨਫ਼ਰਤ ਕਰੀਏ। ਉਹ ਜੋਤ ਹਜੇ ਦਿਖਣ ਨਹੀਂ ਲੱਗੀ, ਤਾਂ ਹੀ ਨਫ਼ਰਤ ਆ ਭਾਈ ਤੇਰੇ ਮਨ ਦੇ ਵਿੱਚ। ਤਾਂ ਮਹਾਰਾਜ ਕਹਿੰਦੇ ਪਿਆ, ਗਿਆਨੀਆਂ ਕਾ ਧਨ ਨਾਮ ਹੈ, ਸਹਿਜ ਕਰੇ ਵਪਾਰ, ਅਨ ਦਿਨ ਲਾਹਾ ਹਰ ਨਾਮ ਲੈਣ, ਅਖੁੱਟ ਭਰੇ ਭੰਡਾਰ। ਜਿਹੜੇ ਗਿਆਨੀ ਅਸਲ ਆ, ਉਹਨਾਂ ਦਾ ਨਾਮ ਧਨ ਹੈਗਾ ਉਹ ਸ਼ਬਦ, ਉਹ ਸੱਚ, ਉਹਦੇ ਵਿੱਚ ਸਮਾ ਕੇ ਉਹ ਵਪਾਰ ਕਰਦੇ ਆ। ਸੋ ਤੁਹਾਡੇ ਜਿਹੜੇ ਵਿਚਾਰ ਨਹੀਂ ਰੁਕਦੇ, ਤਾਂ ਨਹੀਂ ਰੁਕਦੇ। ਪਹਿਲੀ ਗੱਲ ਤਾਂ ਹੈ ਵਿਚਾਰ ਨਾ ਰੁਕਣ ਦੀ, ਵੀ ਗੁਰਮੰਤਰ ਦੀ ਵਿਧੀ ਸਹੀ ਤਰੀਕਾ ਨਾ ਹੋਣਾ, ਗੁਰਮੰਤਰ ਜਪਣ ਦਾ ਤਰੀਕਾ ਨਾ ਹੋਣਾ। ਦੂਜੀ ਵਿਧੀ ਹੈ ਵੀ ਜੇ ਗੁਰਮੰਤਰ ਵੀ ਜਪਦੇ ਹੋ ਤਾਂ ਵੀ ਨਹੀਂ ਰੁਕਦੇ, ਫਿਰ ਭਾਈ ਤੁਸੀਂ ਮਾਇਆ ਦੇ ਨਾਲੋਂ ਪਿਆਰ ਨਹੀਂ ਤੋੜਿਆ ਹਜੇ। ਤੁਹਾਡਾ ਪਰਿਵਾਰ ਦੇ ਵਿੱਚ ਪਿਆਰ ਹੈ, ਵਪਾਰ ਦੇ ਵਿੱਚ ਪਿਆਰ ਹੈ, ਕਰਕੇ ਸਿਮਰਨ ਅਭਿਆਸ ਕਥਾ ਸੁਣ ਕੇ ਕਰਕੇ ਫਿਰ ਦੁਬਾਰਾ ਆ ਕੇ ਪਰਿਵਾਰ ਦੀਆਂ ਮੁਸ਼ਕਿਲਾਂ ਕੱਢਣ ਲੱਗ ਜਾਂਦੇ ਆ ਮੇਰੇ ਵਪਾਰ 'ਚ ਘਾਟਾ ਹੈ ਜੀ, ਸਾਡੀ ਫਸਲ ਨਹੀਂ ਹੁੰਦੀ ਜੀ, ਮੇਰਾ ਪੁੱਤ ਇਸ ਤਰ੍ਹਾਂ, ਮੇਰੀ ਧੀ ਇਸ ਤਰ੍ਹਾਂ, ਮੇਰੀ ਘਰ ਦੀ ਇਸ ਤਰ੍ਹਾਂ, ਮੇਰਾ ਚਾਚਾ ਇਸ ਤਰ੍ਹਾਂ, ਮੇਰਾ ਪਾਪਾ ਇਸ ਤਰ੍ਹਾਂ। 2 ਘੰਟੇ ਸੱਚ ਦੀ ਕਥਾ ਸੁਣ ਕੇ, ਸਾਰੀ ਉਮਰ ਸੱਚ ਦੀ ਕਥਾ ਸੁਣ ਕੇ, ਸਾਲਾਂ ਤੋਂ ਸੱਚ ਦੀ ਕਥਾ ਸੁਣ ਕੇ ਜੇ ਇਹੀ ਗੱਲਾਂ ਕਰਨੀਆਂ ਨੇ, ਤੇ ਫਿਰ ਪਤਾ ਵੀ ਭਾਈ ਇਹ ਕਥਾ ਇਹਨਾਂ ਦੇ ਉੱਪਰੋਂ ਦੀ ਲੰਘੀ ਜਾ ਰਹੀ। ਇਹ ਕਥਾ ਹੈ ਚੌਥੇ ਪਦ ਦੀ, ਜਿਹੜੀ ਕਿ ਤ੍ਰੈ ਗੁਣ ਖਤਮ ਹੋਣ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ, ਤੇ ਤੁਸੀਂ ਤ੍ਰੈ ਗੁਣ ਦੇ ਵਿੱਚ ਰਹਿ ਕੇ ਕਹਿੰਦੇ ਹੋ ਵੀ ਇਹ ਕਥਾ ਸਾਡੇ ਤੇ ਲਾਗੂ ਹੋ ਜਾਵੇ, ਨਹੀਂ ਹੋਊਗੀ। ਇਹ ਕਥਾ ਹੀ ਚੌਥੇ ਪਦ ਦੀ ਹੈ। ਤ੍ਰੈ ਗੁਣ ਦੀ ਕਥਾ ਹੋਵੇ ਤਾਂ ਤੁਹਾਡੇ ਤੇ ਲਾਗੂ ਹੋਵੇ। ਮਾਇਆ ਦੇ ਵਿੱਚ ਬੈਠ ਕੇ ਕੋਈ ਕਥਾ ਕਰੇ ਤੇ ਮਾਇਆ ਵਾਲਿਆਂ ਨੂੰ ਸਮਝ ਆਊਗੀ। ਇਹਦਾ ਹੈ ਹੀ ਚੌਥੇ ਪਦ ਦੀ। ਜਿਹਨੇ ਇਹ ਕਥਾ ਸਮਝਣੀ, ਸੁਣਨੀ, ਮਨ 'ਚ ਵਸਾਉਣੀ ਆ, ਉਹਨੂੰ ਚੌਥੇ ਪਦ 'ਚ ਆਉਣਾ ਪਊਗਾ। ਤੇ ਚੌਥੇ ਪਦ ਦਾ ਮਤਲਬ ਹੈ ਵਿਚਾਰਾਂ ਤੋਂ ਰਹਿਤ ਹੋਣਾ। ਲਗਾਤਾਰ ਜਦੋਂ ਅਸੀਂ ਸੰਗਤ ਕਰਦੇ ਹਾਂ, ਵਾਰ-ਵਾਰ ਫਿਰ ਤੁਹਾਡਾ ਇਹ ਮਨ ਟੁੱਟੂਗਾ। ਗੁਰਮੰਤਰ ਦਾ ਅਭਿਆਸ ਕਰੋਗੇ, ਜਦੋਂ ਫਿਰ ਤੁਹਾਡਾ ਅੰਦਰ ਧਿਆਨ ਬਣ ਗਿਆ, ਫਿਰ ਉਸ ਸੱਚੇ ਸ਼ਬਦ ਦੇ ਉੱਪਰ ਜਦੋਂ ਤੁਸੀਂ ਧਿਆਨ ਲੱਗ ਗਿਆ, ਫਿਰ ਇਹ ਤੁਹਾਡੇ ਭਰਮ ਟੁੱਟਣੇ ਆ। ਸੋ ਇਸੇ ਤਰੀਕੇ ਆਓ ਫਿਰ ਥੋੜ੍ਹਾ ਜਿਹਾ ਆਪਾਂ ਅਭਿਆਸ ਕਰਕੇ ਅੱਗੇ ਸ਼ਬਦ ਦੀ ਵਿਚਾਰ ਕਰਦੇ ਹਾਂ। ਕਰੋ ਸ਼ੁਰੂ। ਵਾਹਿਗੁਰੂ ਜੀ। ਵਾਹਿਗੁਰੂ 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 ਵਾਹਿਗੁਰੂ
ਸਹਿਜ ਵਿੱਚ ਨਹੀਂ ਜਾਣਾ। ਵਾਹਿਗੁਰੂ ਜੀ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਆਪਾਂ ਜਦੋਂ ਫਿਰ ਸਹਿਜ ਦੀ ਖੋਜ ਕਰਨ ਲੱਗੇ ਤੇ ਲਗਾਤਾਰ ਗੁਰਮੁਖ ਜਿਹੜੇ ਸੀ ਉਹ ਸੁੰਨ ਦੇ ਵਿੱਚ ਆਸਣ ਲਾ ਕੇ ਬੈਠ ਗਏ, ਗਿਆਨ ਦੁਆਰਾ ਜਾਗੇ। ਉਹਨਾਂ ਨੂੰ ਫਿਰ ਉਹ ਸੁਖਮਨ ਨਾੜੀ ਦੇ ਰਾਹੀਂ ਜਿੱਥੋਂ ਮਾਲਕ ਦਾ ਸਾਡੇ ਸਰੀਰ ਦੇ ਵਿੱਚ ਸੰਪਰਕ ਹੈ ਔਰ ਉਹਦੇ ਵਿੱਚ ਹੀ ਸ਼ਬਦ ਤੇ ਪ੍ਰਕਾਸ਼ ਚੱਲ ਰਿਹਾ ਹੈ, ਸਾਡੀ ਦਿਲ ਦੀ ਧੜਕਣ ਦੇ ਨਾਲ ਜਿਵੇਂ ਸਾਰੀਆਂ ਨਾੜੀਆਂ ਧੜਕਦੀਆਂ ਨੇ, ਇਸੇ ਤਰੀਕੇ ਸੁਖਮਨ ਨਾੜੀ ਦੇ ਵਿੱਚੋਂ ਉਹ ਛੇਕ ਖੁੱਲਣ ਲੱਗੇ। ਉਹਨਾਂ ਦੇ ਵਿਚਲਾ ਪ੍ਰਕਾਸ਼ ਸ਼ਬਦ ਦੀ ਆਵਾਜ਼ ਨੂੰ, ਰੋਹ ਨੂੰ ਫੜਿਆ ਤੇ ਫਿਰ ਜਿਹੜਾ ਮਨ ਸੀਗਾ ਉਹਦੇ ਵਿੱਚ ਸਮਾ ਕੇ ਉਹ ਸੁੰਨ ਦੇ ਵਿੱਚ ਅੱਗੇ ਸਫ਼ਰ ਕਰਦਾ ਹੈ। ਹੁਣ ਜਿਵੇਂ ਹੀ ਆਪਾਂ ਅੰਦਰੋਂ ਸ਼ਬਦ ਨੂੰ ਪਕੜਨਾ ਚਾਹੁੰਦੇ ਆ ਤੇ ਉਹਦੇ ਵਾਸਤੇ ਜਿਹੜੇ ਗੁਰਮੁਖ ਕਹਿੰਦੇ ਆ ਸਾਡੇ ਸ਼ਬਦ ਬਿਲਕੁਲ ਹੌਲੀ ਚੱਲਦੇ ਆ, ਸੁਣਦੇ ਨਹੀਂ ਸਾਨੂੰ। ਉਹ ਲਗਾਤਾਰ ਸੁੰਨ ਦੇ ਵਿੱਚ ਜਦੋਂ ਤੁਸੀਂ ਬੈਠੋਗੇ ਤੁਹਾਡੇ ਸ਼ਬਦ ਉੱਚੀ ਹੋ ਜਾਣਗੇ। ਸ਼ਬਦ ਤਾਂ ਨਹੀਂ ਤੁਹਾਨੂੰ ਸੁਣਦੇ ਉੱਚੀ ਕਿਉਂਕਿ ਤੁਹਾਡੀ ਸੁਰਤੀ ਜਿਹੜੀ ਹੈ ਉਹ ਵਿਚਾਰਾਂ ਦੇ ਵਿੱਚ ਰਹਿਣ ਦੀ ਆਦੀ ਹੋ ਚੁੱਕੀ ਹੈ। ਬਾਹਰ ਆਕਾਰਾਂ ਦੇ ਨਾਲ ਪਿਆਰ ਪਾ ਲਿਆ। ਜਿਹੜਾ ਹੁਣ ਅੱਖਾਂ ਖੋਲ ਕੇ ਹੀ ਆਪਾਂ ਸਿਮਰਨ ਕਈ ਵਾਰੀ ਕਰੀ ਜਾਂਦੇ ਹਾਂ, ਕਥਾ ਦੇ ਵਿੱਚ ਵੀ ਹੁਣ ਇਹਨਾਂ ਨੂੰ ਕਿਹਾ ਨਾ ਗੁਰਮੁਖਾਂ ਨੂੰ ਵੀ ਬੈਠੋ, ਕੋਸ਼ਿਸ਼ ਕਰਿਆ ਕਰੋ ਵਿਚਾਰ ਜਿਹੜੀ ਹੈ ਸਿਮਰਨ ਜਿਹੜਾ ਹੈ ਉਹ ਨੇਤਰ ਬੰਦ ਕਰਕੇ ਸੁਣਿਆ ਜਾਏ ਤਾਂ ਕਿ ਸਾਡਾ ਜਿਹੜਾ ਧਿਆਨ ਹੈ ਫਿਰ ਉਹ ਬਾਹਰ ਨਹੀਂ ਟਿਕਦਾ। ਬਾਹਰ ਤਾਂ ਇਹਨੇ ਦੇਖ ਦੇਖ ਕੇ ਇੰਨੀ ਉਮਰ ਹੋ ਗਈ, ਬਾਹਰ ਦੇਖ ਲਿਆ ਕੁਛ ਨਹੀਂ ਲੱਭਿਆ, ਤੇ ਜੇ ਕਥਾ ਵਿੱਚ ਬੈਠ ਕੇ ਸਿਮਰਨ 'ਚ ਬੈਠ ਕੇ ਹੀ ਬਾਹਰ ਦੇਖੀ ਜਾਣਾ ਤੇ ਫਿਰ ਕੀ ਸੁਣਿਆ। ਜਦੋਂ ਅਸੀਂ ਨੇਤਰ ਬੰਦ ਕਰ ਲੈਂਦੇ ਹਾਂ ਸਾਡਾ ਸੰਪਰਕ ਸਹਿਜ ਸੁਭਾਏ ਸੁੰਨ ਨਾਲ ਹੋ ਜਾਂਦਾ ਹੈ ਤੇ ਮੈਂ ਜਿਵੇਂ ਵਿਚਾਰ ਕਰਦਿਆਂ ਉਹ ਇੱਕ ਇੱਕ ਸ਼ਬਦ ਫਿਰ ਤੁਹਾਨੂੰ ਸਮਝ ਆਏਗਾ। ਸੌਣਾ ਨਹੀਂ ਹੁੰਦਾ, ਬਸ ਵੈਸੇ ਸਹਿਜ 'ਚ ਨੇਤਰ ਬੰਦ ਕਰਕੇ ਬੈਠ ਜਾਣਾ। ਔਰ ਜੇ ਕਥਾ ਵਿੱਚ ਬੈਠ ਕੇ ਹੀ ਵਿਚਾਰ ਲਈ ਗਏ, ਖੱਬੇ ਦੇਖਿਆ, ਸੱਜੇ ਦੇਖਿਆ, ਘੜੀ ਨੂੰ ਦੇਖਿਆ, ਥੱਲੇ ਦੇਖਿਆ, ਉੱਤੇ ਦੇਖਿਆ, ਤੇ ਫਿਰ ਫਾਇਦਾ ਹੀ ਨਹੀਂ ਕਥਾ 'ਚ ਆਉਣ ਦਾ। ਕਿਉਂਕਿ ਮੈਂ ਪਹਿਲਾਂ ਕਹਿ ਰਿਹਾ ਚੌਥੇ ਪਦ ਦੀ ਕਥਾ ਹੈ ਤੇ ਜੇ ਤੁਸੀਂ ਚੌਥੇ ਪਦ ਵਿੱਚ ਬੈਠ ਕੇ ਸੁਣੋਗੇ ਤੇ ਫਿਰ ਸਮਝ ਆਏ। ਇਸ ਕਰਕੇ ਨੇਤਰ ਬੰਦ ਕਰਾਈਦੇ ਨੇ ਵੀ ਨੇਤਰ ਬੰਦ ਕਰਕੇ ਸੁਣੋ, ਵੀ ਧਿਆਨ ਸੁਣਨ ਵਿੱਚ ਲੱਗੇ ਕਿਉਂਕਿ ਬਹੁਤ ਬਰੀਕੀ ਵਿੱਚ ਜਾ ਕੇ ਕਥਾ ਸਮਝ ਸਕਦੇ ਹੋ ਤੁਸੀਂ। ਤੇ ਦੂਜੀ ਗੱਲ ਵੀ ਜੇ ਪ੍ਰੈਕਟੀਕਲ ਹੋਵੇ ਤੁਹਾਡਾ ਨਾਲ ਤਾਂ ਜੇ ਤੁਸੀਂ ਰੋਜ਼ ਦੇ ਅਭਿਆਸੀ ਹੋ ਫਿਰ ਕਥਾ ਸੁਣ ਸਕਦੇ ਹੋ ਤੇ ਸਮਝ ਸਕਦੇ ਹੋ। ਜੇ ਅਭਿਆਸੀ ਨਹੀਂ ਤੇ ਇਕੱਲੀ ਕਥਾ ਸੁਣੀ ਜਾਓਗੇ ਸਮਝ ਨਹੀਂ ਆਊਗੀ। ਇਹ ਅਭਿਆਸ ਦੀ ਕਥਾ ਹੈ, ਇਹ ਪ੍ਰੈਕਟੀਕਲ ਕਰਨ ਤੋਂ ਬਾਅਦ ਦੀ ਕਥਾ ਹੈ। ਔਰ ਜਿਨ੍ਹਾਂ ਪ੍ਰੈਕਟੀਕਲ ਹੀ ਨਹੀਂ ਕੀਤਾ, ਜਿਹਨੇ ਅਭਿਆਸ ਹੀ ਨਹੀਂ ਕੀਤਾ, ਉਹਨੂੰ ਸਮਝ ਹੀ ਨਹੀਂ ਆਉਂਦੀ ਕੀ ਸੁਣਨਾ ਹੈ ਕੀ ਕਥਾ ਹੈ। ਕਈਆਂ ਨੂੰ ਪਤਾ ਨਹੀਂ ਲੱਗਦਾ ਸੁਣ ਕੀ ਹੁੰਦਾ ਉਹ ਕੀ ਹੁੰਦਾ। ਜਦੋਂ ਪ੍ਰੈਕਟੀਕਲ ਨਹੀਂ ਕਰਨਾ ਤੇ ਪਤਾ ਕੀ ਲੱਗੇ। ਚਲੋ ਇੱਕ ਤਾਂ ਜੀਵਨ ਨਵਾਂ ਹੀ ਜੁੜਿਆ, ਚਲੋ 5-7 ਦਿਨ ਵੀ ਮੈਨੂੰ ਪਤਾ ਹੀ ਨਹੀਂ ਜੀ ਕੀ ਹੁੰਦਾ। ਹਜੇ ਜੇ 4-4 5-5 ਸਾਲ ਪਤਾ ਲੱਗੇ। ਇਹ ਮੈਂ ਗੁਰਮਨ ਨੂੰ ਸਵਾਲ ਕਰ ਲਿਆ, 7-8 ਸਾਲ ਦਾ ਅਭਿਆਸੀ ਸੀ, ਮੈਂ ਕਿਹਾ ਦਰ ਦੱਸੋ ਕਿੱਥੇ ਹੈ, ਉਹਨੂੰ ਪਤਾ ਹੀ ਨਹੀਂ। ਤੇ ਜੇ 7-8 ਸਾਲ ਲਾ ਕੇ ਵੀ ਦਰ ਦਾ ਹੀ ਨਹੀਂ ਪਤਾ ਲੱਗਾ, ਸੁਣਦਾ ਹੀ ਨਹੀਂ, ਮਤਲਬ ਵੀ ਸੁਣ ਕੇ ਚੱਕੀ ਆਉਂਦੇ ਆ ਕੰਮ, ਕਮਾਉਂਦੇ ਨਹੀਂ। ਜਦੋਂ ਸੁਣ ਕੇ ਨਾਲ ਕਮਾਈਏ ਫਿਰ ਕਥਾ ਸਮਝ ਆਉਂਦੀ। ਸੋ ਫਿਰ ਜਦੋਂ ਸ਼ਬਦ ਨੂੰ ਨਹੀਂ ਸੁਣਦੇ ਤੁਹਾਨੂੰ ਤੇ ਇਕੱਲਾ ਸੁਣਨ ਦੇ ਵਿੱਚ ਧਿਆਨ ਲਾ ਕੇ ਬੈਠਿਆ ਕਰੋ, ਵਿਚਾਰਾਂ ਤੋਂ ਰਹਿਤ ਹੋ ਕੇ ਸ਼ਬਦ ਉੱਚੀ ਸੁਣਨ ਲੱਗ ਜਾਣਗੇ। ਜਾਂ ਵੱਧੋ ਵੱਧ ਸਵਾਸਾਂ ਦੇ ਨਾਲ ਸਿਮਰਨ ਕਰਨਾ ਹੈ ਅੰਤਰਗਤ, ਫਿਰ ਸ਼ਬਦ ਉੱਚੀ ਹੋ ਕੇ ਚੱਲਣਗੇ, ਨਾਲ ਅੰਮ੍ਰਿਤ ਰਸ ਆਊਗਾ। ਕਰਕੇ ਤੇ ਦੱਸਣਾ, ਇਹ ਨਹੀਂ ਵੀ ਆ ਵੀ ਵਿਧੀ ਦੱਸੋ ਵਿਧੀ ਦੱਸੋ। ਵਿਧੀਆਂ ਤਾਂ ਮੈਂ ਬਹੁਤ ਦੱਸਤੀਆਂ, ਮੇਰੀਆਂ ਅੱਜ ਤੱਕ ਕਥਾ ਕੋਈ 500-600 ਕਥਾ ਹੋ ਗਈ ਹੋਣੀ ਆ ਜਿਹਦੇ ਮੈਂ ਬਹੁਤ ਵਿਧੀਆਂ ਦੱਸੀਆਂ ਨੇ, ਪਰ ਜੇ ਸੁਣ ਕੇ ਕਮਾਉਣੀ ਨਹੀਂ ਫਿਰ ਭਾਵੇਂ ਦੱਸੀ ਜਾਓ। ਇਸ ਕਰਕੇ ਉਨੀ ਕਿਤੇ ਜਗਿਆਸੂ ਨੂੰ ਹੀ ਵਿਧੀ ਦੱਸੀ ਦੀ ਹੈ ਜਿਹੜਾ ਕਮਾਵੇ। ਜਿਹਨੇ ਧਨ ਲੈ ਕੇ ਸੱਟ ਦੇਣਾ ਹੈ ਉਹਨੂੰ ਕੋਈ ਦੇਣ ਦਾ ਫਾਇਦਾ ਨਹੀਂ ਹੁੰਦਾ। ਸੋ ਇਸ ਕਰਕੇ ਗੁਣਾ ਕਾ ਗਾਹਕ ਜੇ ਮਿਲੇ ਤਾਂ ਗੁਣ ਸਹਿਗ ਹੋ ਜਾਏ। ਗੁਣ ਦਾ ਗਾਹਕ ਹੋਵੇ ਤੇ ਉਹਨੂੰ ਕਹਿੰਦੇ ਗੁਣ ਦਿਆ ਜੇ,
ਤੇ ਜਦੋਂ ਤੁਹਾਨੂੰ ਪਛਾਣ ਆ ਜਾਵੇ ਉਹਦੀ ਦ੍ਰਿਸ਼ਟੀ ਤੋਂ ਵੀ ਇਹ ਗੁਣ ਦਾ ਗਾਹਕ ਨਹੀਂ, ਉਹਨੂੰ ਦੇਣ ਦੀ ਵੀ ਲੋੜ ਨਹੀਂ, ਕਿਉਂਕਿ ਉਹਨੇ ਕੋਈ ਉਹਨੂੰ ਵਿਅਰਥ ਕਰਨਾ ਜਾਂ ਛੱਡ ਦੇਗਾ। ਸੋ ਉਹਨੂੰ ਸ਼ਬਦ ਤੇ ਜਿਨ੍ਹਾਂ ਦਾ ਸ਼ਬਦ ਪ੍ਰਗਟ ਹੋ ਗਿਆ ਹੁਣ ਉਹਦੇ ਵਿੱਚ ਧਿਆਨ ਲਾਓ ਵਾਰ-ਵਾਰ, ਤੇ ਇਹ ਧਿਆਨ ਰੱਖਣਾ ਹੈ ਕਿ ਸਰੀਰ ਉੱਤੇ ਲੋੜ ਨਾ ਆਵੇ, ਕੋਈ ਆਕਾਰ ਨਾ ਆਵੇ, ਕੋਈ ਰੰਗ ਨਾ ਆਵੇ। ਇਸ ਕਰਕੇ ਸਹਿਜ ਵਿੱਚ ਪਛੰਤੀ ਬਾਣੀ 'ਚ ਸਿਮਰਨ ਕਰਦਿਆਂ ਹੋਇਆਂ ਸ਼ਬਦ ਸੁਣਨਾ। ਫਿਰ ਜਦੋਂ ਤੁਹਾਡਾ ਅਭਿਆਸ ਬਣ ਗਿਆ ਫਿਰ ਇਕੱਲਾ ਹੀ ਸੁਣੀ ਜਾਊਗੀ ਸੁਰਤ ਸਹਿਜ ਸੁਭਾਏ, ਉਹ ਉੱਚੀ ਹੁੰਦਾ ਜਾਊਗਾ। ਜਿਹਨੂੰ ਸੁਣਦੇ ਨਹੀਂ ਉਹਦਾ ਵੀ ਦੱਸਤਾ, ਤੇ ਜਿਹਨੂੰ ਉੱਚੀ ਨਹੀਂ ਹੁੰਦੇ ਉਹਨੂੰ ਲਗਾਤਾਰ ਸੁਣਨਾ ਆਰੰਭ ਕਰੋ ਤੇ ਫਿਰ ਉੱਚੀ ਹੋ ਜਾਊਗਾ। ਪੱਗ ਬੰਨੋਗੇ, ਪਰਨਾ ਬੰਨੋਗੇ, ਕੰਨ ਢੱਕੇ ਰਹਿੰਦੇ ਆ, ਇਹ ਬਾਹਰਲੀਆਂ ਆਵਾਜ਼ਾਂ ਨਹੀਂ ਜਾਂਦੀਆਂ ਤੇ ਅੰਦਰਲੀ ਆਵਾਜ਼ਾਂ ਸਹੀ ਸੁਣੀ ਜਾਂਦੀਆਂ। ਇਸ ਕਰਕੇ ਹੁਣ ਕੋ ਉੱਤੇ ਪਰਨਾ ਨਹੀਂ ਬੰਨ੍ਹਦੇ, ਕੋਈ ਗੁਰਮੁਖ ਪੱਗ ਪੁੱਗ ਬੰਨ੍ਹਦੇ ਨਹੀਂ, ਇਸ ਕਰਕੇ ਵੀ। ਸੋ ਇਸ ਕਰਕੇ ਪੱਗ ਜਿਹੜੀ ਪਰਨਾ ਹੈ ਇਹ ਵੀ ਬੜੀ ਹੈਲਪ ਕਰਦੀ ਹੈ, ਕੇਸਕੀ ਆਪਾਂ ਬੰਨ੍ਹ ਲੈਂਦੇ ਹਾਂ ਤੇ ਸ਼ਬਦ ਉੱਚੇ ਹੋ ਕੇ ਸੁਣਦੇ। ਸੋ ਇਸੇ ਕਰਕੇ ਇਹ ਸ਼ਬਦਾਂ ਨੂੰ ਸੁਣ ਸੁਣ ਕੇ ਮਨ 'ਚ ਵਸਾਵਾਂਗੇ। ਮਹਾਰਾਜ ਨੇ ਵਾਰ-ਵਾਰ ਕਿਹਾ, ਜੇਤਾ ਸ਼ਬਦ ਸੁਰਤ ਧੁਨ ਤੇਤੀ। ਜਿੰਨੀ ਸ਼ਬਦ ਦੇ ਵਿੱਚ ਸੁਰਤੀ ਲਾਓਗੇ ਉਨੀ ਧੁਨ ਹੁੰਦੀ ਜਾਊਗੀ, ਤਾਂ ਬਹੁਤ ਜ਼ਿਆਦਾ ਹੋ ਜਾਊਗੀ। ਇਸ ਕਰਕੇ ਜਦੋਂ ਆਪਾਂ ਸਿਮਰਨ ਕਰਕੇ ਹਟਦੇ ਹਾਂ, ਕਥਾ ਕਰਕੇ ਹਟਦੇ ਹਾਂ ਜਾਂ ਸੁਣਦੇ ਹਾਂ ਕਥਾ, ਤੇ ਉਦੋਂ ਸ਼ਬਦ ਉੱਚੀ ਹੁੰਦੇ ਆ, ਕੀਰਤਨ 'ਚ ਉੱਚੀ ਹੁੰਦੇ ਆ, ਕਿਉਂਕਿ ਮਨ ਸਹਿਜ 'ਚ ਗਿਆ ਹੁੰਦਾ। ਜਿਵੇਂ ਹੀ ਮਨ ਸਹਿਜ ਤੋਂ ਬਾਹਰ ਆ ਗਿਆ ਤੇ ਸ਼ਬਦ ਸੁਣਨੇ ਹੌਲੀ ਹੋ ਜਾਂਦੇ ਆ, ਕਿਉਂਕਿ ਸ਼ਬਦ ਬਹੁਤ ਸਹਿਜ 'ਚ ਚੱਲ ਰਹੇ। ਸੋ ਇਸੇ ਤਰੀਕੇ ਹੀ ਪ੍ਰਕਾਸ਼ ਦੀ ਪਹਿਚਾਣ ਕਰਕੇ ਫਿਰ ਉਹਨੂੰ ਲਗਾਤਾਰ ਦੇਖਿਆ ਕਰੋ। ਦੇਖਣਾ ਹੈ ਅੱਖਾਂ ਨੂੰ ਢਿੱਲਾ ਛੱਡ ਕੇ, ਇੱਕ ਜੋਤ ਕਰਕੇ ਸੂਰਜ ਨੂੰ ਚੰਦਰਮਾ ਦੇ ਘਰ ਲਿਆ ਕੇ ਫਿਰ ਦੇਖਣਾ। ਉਹ ਸਹਿਜ ਸੁਭਾਏ ਜਿਹੜੀ ਗੁਰੂ ਤੁਹਾਨੂੰ ਵਿਧੀ ਦੱਸੀ ਹੈ ਉਸੇ ਵਿਧੀ ਨਾਲ ਦੇਖਣਾ। ਤੇ ਫਿਰ ਜਦੋਂ ਤੁਹਾਡੇ ਨੇਤਰਾਂ ਨਾਲ ਨੇਤਰ ਮਿਲ ਗਏ ਫਿਰ ਕੋਈ ਵਿਧੀ ਲਾਉਣ ਦੀ ਵੀ ਲੋੜ ਨਹੀਂ, ਸਿੱਧਾ ਹੀ ਸੱਚ ਤੇ ਤੁਹਾਡੀਆਂ ਅੱਖਾਂ ਤੇ ਸੱਚ ਦੀਆਂ ਅੱਖਾਂ ਕੋਈ ਆਕਾਰ ਦੀਆਂ ਨਹੀਂ ਹੁੰਦੀਆਂ, ਪ੍ਰਕਾਸ਼ ਨੂੰ ਹੀ ਸੱਚ ਦੀਆਂ ਅੱਖਾਂ ਕਹਿ ਦਿੱਤਾ। ਉਹ ਤਾਂ ਫਿਰ ਦੇਖਣ ਦੀ ਲੋੜ ਹੀ ਨਹੀਂ। ਸੱਚ ਤੁਸੀਂ ਸੱਚ 'ਚ ਮਛਲੀ, ਪਾਣੀ 'ਚ ਮਛਲੀ, ਉਹ ਤਾਂ ਇੱਕ ਹੀ ਕਹਾਣੀ ਚੱਲ ਪੈਂਦੀ ਹੈ। ਦੋਏ ਦੋਏ ਲੋਚਨ ਵੇਖਾਂ ਔਰ ਬਿਨੋਰ ਨਾ ਦੇਖਾ, ਫਿਰ ਅੰਦਰ ਬਾਹਰ ਤੂੰ ਹੀ ਹੋ ਜਾਂਦੀ ਹੈ। ਨੇਤਰ ਬੰਦ ਤਾਂ ਉਹਦੇ 'ਚ ਧਿਆਨ, ਖੁੱਲ੍ਹਾ ਤਾਂ ਧਿਆਨ 'ਚ ਧਿਆਨ ਮਿਲ ਜਾਂਦਾ ਹੈ। ਉਹ ਫਿਰ ਦੁਬਾਰਾ ਧਿਆਨ ਲਾਉਣ ਦੀ ਲੋੜ ਨਹੀਂ ਪੈਂਦੀ। ਐਸਾ ਪਦ ਮਿਲ ਗਿਆ ਜਿੱਥੇ, ਐਸਾ ਘਰ ਲੱਭ ਗਿਆ ਕਿ ਦੁਬਾਰਾ ਘਰ ਨਹੀਂ ਲੱਭਣ ਦੀ ਲੋੜ ਪਈ। ਐਸਾ ਗੁਰੂ ਮਿਲ ਗਿਆ ਕਿ ਦੁਬਾਰਾ ਗੁਰੂ ਲੱਭਣ ਦੀ ਲੋੜ ਨਹੀਂ ਪਈ। ਐਸਾ ਸੱਚ ਮਿਲ ਗਿਆ, ਧਿਆਨ ਮਿਲ ਗਿਆ, ਦੁਬਾਰਾ ਧਿਆਨ ਲਾਉਣ ਦੀ ਲੋੜ ਹੀ ਨਹੀਂ ਪਈ। ਨਹੀਂ ਤਾਂ ਕਿ ਜਨਮਾਂਤਰਾਂ 'ਚ ਕਦੇ ਆਕਾਰ 'ਤੇ ਧਿਆਨ ਲਾਉਂਦੇ, ਕਦੇ ਪ੍ਰਕਾਸ਼ 'ਤੇ ਧਿਆਨ ਲਾਉਂਦੇ, ਰੰਗ ਵਾਲੇ 'ਤੇ ਕਦੇ ਕਿਤੇ ਲਾਉਂਦੇ। ਹੁਣ ਕਹਿੰਦੇ ਆਹ ਲਵਾਇਆ ਗੁਰੂ ਨੇ ਧਿਆਨ, ਹੁਣ ਦੁਬਾਰਾ ਨਹੀਂ ਲਾਉਣ ਦੀ ਲੋੜ ਪੈਂਦੀ। ਐਸਾ ਖੁੱਟ ਖਜ਼ਾਨਾ ਮਿਲ ਗਿਆ, ਹੁਣ ਇਹ ਘਟਦਾ ਨਹੀਂ, ਇਹ ਤਾਂ ਵੱਧਦਾ ਹੀ ਜਾਊਗਾ। ਜੁਗਾਂ ਜੁਗੰਤਰਾਂ ਤੱਕ ਸਾਡਾ ਮਿਲਾਪ ਹੋ ਗਿਆ। ਸੋ ਇਸੇ ਤਰੀਕੇ ਫਿਰ ਜਦੋਂ ਤੁਸੀਂ ਸ਼ਬਦ ਨੂੰ ਸੁਣਨਾ, ਜਿਹੜੇ ਅਭਿਆਸੀ ਗੁਰਮੁਖ ਨੇ ਜਿਨ੍ਹਾਂ ਦਾ ਹੈ 10-10, 12-12 ਘੰਟੇ ਅਭਿਆਸ ਸ਼ਬਦ ਸੁਣਦੇ ਆ, ਉਹ ਪਸ਼ਚਮ ਦੁਆਰੇ 'ਤੇ ਵੀ ਸ਼ਬਦ ਸੁਣ ਸਕਦੇ ਆ। ਪਹਿਲਾਂ ਤੋਂ ਨਾਭ ਕਾਠ 'ਤੇ ਆਪਾਂ ਸ਼ੁਰੂਆਤ ਕਰਦੇ ਹਾਂ, ਪਰ ਫਿਰ ਤੁਸੀਂ ਸਿਲ ਉੱਪਰ ਜਾ ਕੇ ਜਦੋਂ ਸ਼ਬਦ ਸੁਣੋਗੇ ਥੋੜ੍ਹਾ ਜਿਹਾ ਸਿਰ ਨੂੰ ਨੀਵਾਂ ਕਰ ਲਓ ਤੇ ਪਿਛਲੇ ਪਾਸੇ ਸਿਲ 'ਤੇ ਜਾ ਕੇ, ਇਹ ਉਹਨਾਂ ਨੇ ਸ਼ਬਦ ਨਹੀਂ ਸੁਣਨਾ ਜਿਹੜੇ ਅਭਿਆਸ ਨਹੀਂ ਕਰਦੇ ਜਾਂ ਹਜੇ ਫੁਰਨੇ ਚੱਲਦੇ ਆ। ਮੈਂ ਸਿਰਫ ਅਭਿਆਸੀਆਂ ਦੀ ਗੱਲ ਕਰ ਰਿਹਾ। ਜੇ ਤੁਸੀਂ ਅਭਿਆਸ ਹੈ ਨਹੀਂ, ਸਿੱਧਾ ਕੋਈ ਧਿਆਨ ਲਾਉਣ ਦੀ ਕੋਸ਼ਿਸ਼ ਕਰੋਗੇ ਤੇ ਪਹਿਲੇ ਜਿਹੜੀ ਕਥਾਵਾਂ ਦੇ ਵਿੱਚ ਮੈਂ ਵਾਰ-ਵਾਰ ਕਹਿ ਦਿੱਤਾ ਹੈ, ਸਰੀਰਕ ਅਸਰ ਹੋ ਸਕਦਾ ਹੈ, ਨਾੜੀ ਫਟ ਸਕਦੀ ਹੈ, ਦਿਮਾਗ 'ਤੇ ਲੋਡ ਪੈ ਸਕਦਾ ਹੈ, ਬਲੱਡ ਪ੍ਰੈਸ਼ਰ ਹਾਈ ਲੋ ਹੋ ਸਕਦਾ ਹੈ, ਸਰੀਰ ਦਾ ਕੋਈ ਵੀ ਨੁਕਸਾਨ ਹੋ ਸਕਦਾ ਹੈ। ਉਹਦੀ ਫਿਰ ਜ਼ਿੰਮੇਵਾਰੀ ਨਹੀਂ ਹੋਵੇਗੀ। ਜਿਹੜਾ ਅਭਿਆਸੀ ਹੈ, ਧਿਆਨ ਦੇ ਮਾਰਗ 'ਤੇ ਚੱਲਦਾ ਹੈ, ਉਹੀ ਧਿਆਨ ਲਾਵੇ। ਜਿਹਦੇ ਅਜੇ ਫੁਰਨੇ ਚੱਲਦੇ ਆ, ਅਭਿਆਸ ਹੈ ਨਹੀਂ, ਉਹ ਧਿਆਨ ਲਾਊਗਾ ਤੇ ਸਰੀਰ ਦਾ ਨੁਕਸਾਨ ਕਰ ਲਊਗਾ। ਸੋ ਇਸੇ ਕਰਕੇ ਜਿਹੜੇ ਗੁਰਮੁਖ ਫਿਰ ਅਭਿਆਸੀ ਨੇ, ਉਹ ਪਿੱਛੇ ਆਪਾਂ ਜਦੋਂ ਸਿਮਰਨ ਕਰਕੇ ਸਹਿਜ 'ਚ ਜਾ ਕੇ ਪਿਛਲੇ ਦਰ 'ਤੇ ਬੈਠ ਕੇ ਥੋੜ੍ਹੀ ਜਿਹੀ ਧੁਨ ਨੂੰ ਜਿਵੇਂ 45 ਡਿਗਰੀ ਉੱਪਰ ਚੱਕਦੇ ਆ, ਉਨੀ ਕੁ ਨੀਵੀਂ ਕਰ ਲੈਣੀ ਆ। ਉੱਥੇ ਬੈਠ ਕੇ ਸ਼ਬਦ ਸੁਣਾਂਗੇ ਔਰ ਉੱਥੇ ਫਿਰ ਜਿਹੜਾ ਹੈ ਪਿਛਲੇ ਪਾਸੇ ਜਿਹੜਾ ਹਰ ਕੀ ਪੌੜੀ ਦਾ ਅੰਮ੍ਰਿਤ ਰਸ ਆਊਗਾ ਤੇ ਜਿੰਨਾ ਮਰਜ਼ੀ ਆਪਾਂ ਪੀ ਸਕਦੇ ਹਾਂ। ਸੋ ਇਸੇ ਕਰਕੇ ਆਪਣੀ ਮਿਹਨਤ ਦੇ ਉੱਤੇ ਹੀ ਸਾਰਾ ਖੇਲ ਹੈ ਔਰ ਵਿਚਾਰ ਰੋਕ ਕੇ ਵਿਧੀ ਦੁਆਰਾ, ਔਰ ਜਿੰਨਾ ਨਹੀਂ ਰੁਕਦੇ ਸੰਗਤ ਕਰੋ, ਵੱਧੋ ਵੱਧ ਸੰਗਤ ਕਰਕੇ ਪ੍ਰੈਕਟੀਕਲ ਕਰੋ। ਔਰ ਦੂਜੀ ਗੱਲ ਆ ਕਿ ਉੱਥੇ ਆਪਣੇ ਪ੍ਰਭ ਮਿਲਣੇ ਦਾ ਚਾਓ ਮੋਗਾ, ਉੱਥੇ ਸਮਾਗਮ ਹੁੰਦੇ ਨੇ ਤੇ ਆਮ ਦਿਨਾਂ ਵਿੱਚ ਵੀ ਲਗਾਤਾਰ ਉੱਥੇ ਲਾਹਾ ਚੱਲਦਾ ਰਹਿੰਦਾ ਹੈ। ਕਦੇ ਵੀ ਤੁਸੀਂ ਜਾ ਸਕਦੇ ਹੋ। ਤੇ ਬਾਕੀ ਜਿਹੜੇ ਗੁਰਮੁਖ ਚਾਹੁੰਦੇ ਨੇ ਉਹ ਫਿਰ ਜਦੋਂ ਆਪਾਂ ਮਹੀਨੇ ਬਾਅਦ ਜਾਂ 20 ਦਿਨਾਂ ਬਾਅਦ ਕਲਾਸਾਂ ਦਾ ਪ੍ਰੋਗਰਾਮ ਬਣਾਉਣੇ ਆ, ਉਦੋਂ ਫਿਰ ਜਿਹੜੇ ਤੁਸੀਂ ਆਪਦਾ ਉਦੋਂ ਸੰਪਰਕ ਕਰ ਲਿਆ ਕਰੋ ਤੇ ਆਪਾਂ ਉੱਧਰ ਤੁਹਾਡੇ ਘਰ ਏਰੀਏ, ਗੁਰਦੁਆਰੇ, ਮੰਦਰ, ਮਸਜਿਦ ਜਿੱਥੇ ਬੁਲਾਓਗੇ ਉੱਥੇ ਆ ਕੇ ਆਪਾਂ ਫਿਰ ਉਹ ਲਾਹਾ ਜਿਹੜਾ ਉਹ ਰਲ ਮਿਲ ਕੇ ਇਕੱਠਾ ਕਰ ਲਾਂਗੇ। ਸੋ ਉਦੋਂ ਫਿਰ ਧਿਆਨ ਰੱਖਿਆ ਕਰੋ। ਫਿਰ ਬਾਅਦ ਵਿੱਚ ਜਦੋਂ ਆ ਜੀਦਾ ਫਿਰ ਗੁਰਮੁਖਾਂ ਦਾ ਫੋਨ ਆਉਂਦਾ, ਜੀ ਹੁਣ
इधर प्रोग्राम कर लेना सी, इधर फिर छेती करके बनता नहीं। इसे करके जो उदों 5-4 दिन कढ़ी दे आ, कोशिश करिया करो उन्होंने दिनों में ही सारिया क्लासां का, चाहे किसी भी शहर की है, फिर वो एडजस्टमेंट हो जाती है। जिवें लुधियाने, जलंधर, अमृतसर पासे चलता है, जो किसी शहर की होवे फिर नाल एडजस्टमेंट हो जाती है। बाद विच फिर जिहड़ी उहदी एडजस्टमेंट करनी औखी हो जाती थोड़ी जी, क्योंकि नाल नाल चलो मालक ने कर्म भी बख्शिया, धर्म के नाल कर्म भी है, घर गृहस्थी के भी कार्ज हो जाते हैं। सो कोशिश आपां यह करनी है कि लाहे दे नाल जुड़े रहिए और सिमरन ना आपां छड्डीए। फिर उस तो बाद शब्द की धुन नूं नहीं आपां छड्डना हुंदा। जपा जाप ना विसरे आज जुगा समाए, फिर तुसीं कामयाब हो जाओगे और छेती तो छेती निकल जाओगे। अमृत रस बहुत जरूरी है, वो लैना है आपां। सो आओ फिर थोड़ा जिहा अभ्यास करके आपां समाप्ति करिए। करो शुरू जी। वाहिगुरू 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 वाहिगुरू